ਬਲਵਿੰਦਰ ਸਿੰਘ ਗਰੇਵਾਲ ਦੀ ਕਹਾਣੀ ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਸਤਵਿੰਦਰ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੇ ਡਾਈਵੋਰਸ ਦੀ ਗੱਲ ਦਫ਼ਤਰ ਦੀ ਮਧਾਣੀ ਵਿੱਚ ਰੜਕੀ ਜਾ ਚੁੱਕੀ ਸੀ। ਜਦੋਂ ਲੇਖਰਾਜ ਅੰਕਲ ਦਾ ਫੋਨ ਆਇਆ ਤਾਂ ਕੋਲ ਖੜੇ ਰਣਜੀਤ ਨੇ ਸਾਰੀ ਗੱਲ ਸੁਣ ਲਈ ਸੀ, ਪਰ ਉਸਦੇ ਪਹਿਲਾਂ ਸਵਾਲ ਦੇ ਜਵਾਬ ਵਿੱਚ ਹੀ ਸਤਵਿੰਦਰ ਨੇ ਦੋ ਹਰਫੀ ਗੱਲ ਨਿਬੇੜ ਦਿੱਤੀ ਸੀ। ਤਲਾਕ ਕੋਈ ਨਵੀਂ ਗੱਲ ਤਾਂ ਨਹੀਂ ਸੀ, ਪਰ ਰਣਜੀਤ ਅਣਮੰਨੇ ਜਿਹੇ ਮਨ ਨਾਲ ਹੀ ਉਸ ਪਾਸੋਂ ਗਿਆ ਸੀ ਤੇ ਦਫ਼ਤਰ ਵਿੱਚ ਸੱਤੇ ਦੇ ਤਲਾਕ ਦੀ ਗੱਲ ਹੋ ਰਹੀ ਸੀ। ਉਸਦੇ ਅੰਦਰ ਵੜਦੇ ਹੀ ਸੋਹਲ ਉਹਦੇ ਸਿਰ ਹੋ ਗਿਆ ਸੀ। ਐਤਕੀ ਤਾਂ ਫਿਰ ਵੀਕਐਂਡ ਸੱਤੇ ਸਿਰ ਹੋ ਗਿਆ। ਸੋਹਲ ਦੀ ਖਚਰੀ ਹਾਸੀ ਦਫ਼ਤਰ ਦੇ ਚਾਰੇ ਖੂੰਜੀ ਫੈਲ ਗਈ ਸੀ। ਕਿਉਂ, ਇਹਦੀ ਮੱਝ ਹਰੀ ਹੋਈ ਆ? ਬਈ ਲੱਸੀ ਚੋਂ ਘੁੱਟ ਤੈਨੂੰ ਦਊ। ਦੂਸਰੇ ਪੰਜਾਬੀ ਕਲਰਕ ਰੌਣਕ ਦੀ ਗੱਲ ਨੇ ਹਾਸੀ ਸਾਰਿਆਂ ਦੇ ਬੁੱਲ੍ਹਾਂ 'ਤੇ ਬਖੇਰ ਦਿੱਤੀ ਸੀ। ਉਹ ਆਪਣੀ ਮਲਵਈ ਅਖਾਨਾਂ ਲਈ ਪ੍ਰਸਿੱਧ ਸੀ। ਕੈਨੇਡਾ ਦੇ 6 ਵਰ੍ਹੇ ਉਹਦੇ 'ਚੋਂ ਮਾਲਵੇ ਦੀ ਮਿੱਟੀ ਦਾ ਲੂ ਵੀ ਨਹੀਂ ਸੀ ਖਿਸਕਾ ਸਕੇ। ਕਿਉਂ ਸਾਲਿਓ ਮਗਜ ਮਾਰਨ ਲੱਗੇ ਹੋ? ਅਗਲੇ ਦੀ ਅੱਧੀ ਦੁਨੀਆ ਡੁੱਬਣ ਨੂੰ ਫਿਰਦੀ ਆ, ਆਪ ਸਾਲੇ ਮੇਰੇ ਮਸ਼ਕਰੀਆਂ ਕਰਦੇ ਆ। ਰਣਜੀਤ ਦੇ ਚੇਤੇ 'ਚੋਂ ਫੋਨ ਸੁਣਦੇ ਸੱਤੇ ਦਾ ਗੰਭੀਰ ਚਿਹਰਾ ਵਿਸਰਿਆ ਨਹੀਂ ਸੀ। ਤੂੰ ਸੱਤੇ ਉਰੇ ਆ ਮੇਰੇ ਕੋਲ। ਅਚਾਨਕ ਉਹਦੀ ਰੋਹ ਭਰੀ ਆਵਾਜ਼ ਗੰਭੀਰ ਹੋ ਗਈ ਸੀ ਤੇ ਸੱਤੇ ਦੇ ਉਸ ਤੱਕ ਪਹੁੰਚਦਿਆਂ ਚਿਹਰਾ ਵੀ ਗੰਭੀਰ ਹੋ ਗਿਆ ਲੱਗਦਾ ਸੀ। ਨਾ ਗੱਲ ਕੀ ਹੋਈ? ਤੁਹਾਡੇ ਤਾਂ ਕਦੇ ਸੌਂ ਵੀ ਨਹੀਂ ਸੀ ਸੁਣੀ। 3 ਸਾਲ ਤੁਹਾਨੂੰ ਇਕੱਠੇ ਰਹਿੰਦਿਆਂ ਹੋ ਗਏ। ਗੱਲ ਕੀ ਹੋਣੀ ਸੀ? ਹਰੀ ਚੁੱਗ ਹੋ ਗਿਆ ਤੇਰਾ ਬਾਈ ਕੈਨੇਡਾ ਆ ਕੇ। ਸੱਤੇ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਸੋਹਲ ਬੋਲ ਪਿਆ। ਲੈ, ਹਰੀ ਚੁੱਗ ਹੋ ਗਿਆ ਸੁਆ, ਜਾਣੀ ਸਾਲਿਆਂ ਨੇ ਆਪ ਦਾਗ ਕੇ ਛੱਡਿਆ। ਅਗਲੇ ਦੀ ਮੜਕ ਤਾਂ ਅਜੇ ਕੁਆਰੀਆਂ ਵਰਗੀ ਆ, ਜਿਵੇਂ ਸਾਲਾ ਸਾਧ ਹੁੰਦਾ। ਮੈਨੂੰ ਤਾਂ ਲੱਗਦਾ ਉਹੀ ਅੱਕ ਗਈ ਤਿਲ ਪੀੜ ਤੇਲ ਹੋਊ ਤਾਂ ਨਿਕਲੂ। ਰੌਣਕ ਫਿਰ ਚਾਲੂ ਹੋ ਗਿਆ ਸੀ। ਰੌਣਕ ਦੀਆਂ ਬੇਹਿਆ ਟਿੱਪਣੀਆਂ ਨੇ ਸੱਤੇ ਨੂੰ ਧੁਰ ਅੰਦਰੋਂ ਛਿੱਲ ਦਿੱਤਾ। ਰਣਜੀਤ ਦੀ ਟੇਬਲ 'ਤੇ ਲੀਵ ਫਾਰਮ ਰੱਖ ਕੇ ਉਹ ਬਿਨਾਂ ਕੁਝ ਕਹੇ ਮੁੜ ਆਇਆ। ਕੰਪਨੀ ਦੀ ਇਸ ਬ੍ਰਾਂਚ ਵਿੱਚ ਉਹਨੂੰ ਜੁਆਇਨ ਕੀਤਿਆਂ ਅਜੇ 4 ਕੁ ਮਹੀਨੇ ਹੀ ਹੋਏ ਸਨ। ਕਿਸੇ ਨਾਲ ਅੰਦਰਲੀ ਸਾਂਝ ਅਜੇ ਬਣੀ ਨਹੀਂ ਸੀ। ਬਸ ਹਮਵਤਨੀ ਦੀ ਭਾਵਨਾ ਨੇ ਜ਼ਰੂਰ ਨੇੜੇ ਰੱਖੇ ਹੋਏ ਸਨ। ਉਂਝ ਉਸ ਜਾਣ ਲਿਆ ਸੀ ਤਿੰਨੋਂ ਹਮਵਤਨ ਹਮਦਰਦ ਤੇ ਮੈਲ ਰਹਿਤ ਸਨ, ਪਰ ਸਭ ਦੀ ਆਪਣੀ ਤੱਕੜੀ ਆਪਣਾ ਤੋਲ ਸੀ। ਸੋਚਦਾ ਸੱਤਾ ਚਾਬੀ ਘਮਾਉਂਦਾ ਕੰਪਨੀ ਦੀ ਪਾਰਕਿੰਗ ਤੱਕ ਆ ਗਿਆ। ਇਹ ਤੋਲ, ਇਹ ਤੱਕੜੀਆਂ ਤਾਂ ਹਰ ਥਾਂ ਸਭ ਦੀਆਂ ਆਪਣੀਆਂ ਨੇ, ਕੈਨੇਡਾ ਹੋਵੇ ਚਾਹੇ ਇੰਡੀਆ। ਅਚਾਨਕ ਉਹਦੇ ਅੰਦਰੋਂ ਦੁੱਬ ਕੇ ਬੈਠੇ ਉਹਦੇ ਬਾਬੇ ਨੇ ਹਿਲਜੁਲ ਕੀਤੀ। ਉਹਦੀ ਧਰਤੀ 'ਤੇ ਖੜਕਦੀ ਡਾਂਗ ਲਾਲ ਅੱਖਾਂ 'ਚੋਂ ਨਿਕਲਦੀ ਲਾਟ, ਗਰਜਦਾ ਬੋਲ ਤੇ ਬੇਬੇ ਦੀਆਂ ਝੁਕੀਆਂ ਅੱਖਾਂ, ਸਭ ਕੁਝ ਜਿਵੇਂ ਉਹਦੇ ਸਾਹਮਣੇ ਉੱਭਰ ਆਇਆ। ਕੰਜਰ ਬਣ ਜਾਓ ਕੰਜਰ। ਅੱਛਾ, ਪਰ ਤੁਹਾਡੇ ਨਾਲੋਂ ਉਹ ਵੀ 20 ਨੇ। ਆਪਣੀਆਂ ਨੂੰ ਲੋਕਾਂ ਸਾਹਮਣੇ ਨਚਾ ਕੇ ਢਿੱਡ ਤੋੜਦੇ ਨੇ, ਆਪ ਤਾਂ ਨਹੀਂ ਖੇ ਖਾਂਦੇ। ਤੁਸੀਂ ਤਾਂ ਬਾਬੇ ਦੀਆਂ ਬੁੱਢੀਆਂ ਮੁੱਛਾਂ ਕੰਬੀਆਂ ਸੀ। ਬਾਪੂ ਤੂੰ ਤਾਂ ਗੱਲ ਵਧਾਈ ਜਾਣਾ ਲੱਸੀ ਵਾਂਗੂ। ਝੁਕੀਆਂ ਅੱਖਾਂ ਨੂੰ ਹੌਸਲੇ ਨਾਲ ਉਤਾਂਹ ਕਰਦਿਆਂ ਬਾਪੂ ਬੋਲਿਆ ਸੀ, ਤੈਨੂੰ ਦੱਸਿਆ ਤਾਂ ਹੈ ਬਈ ਸਭ ਕਾਗਜ਼ੀ ਆ। 2 ਅੱਖਰਾਂ ਨਾਲ ਸਰਬੰਧ ਤਾਂ ਨਹੀਂ ਬਦਲਦਾ। 2-3 ਸਾਲ ਬਾਅਦ ਸਭ ਉਵੇਂ ਹੋ ਜੂ। ਇੱਥੇ ਕਿਸੇ ਦੇ ਕੰਨ ਬਲੇਲ ਨਹੀਂ ਪੈਣ ਦੇਣੀ। ਪ੍ਰਾਹੁਣਾ ਤੇਰੇ ਸਾਹਮਣੇ ਕਹਿ ਕੇ ਗਿਆ। ਨਾਲੇ ਐਂ ਦੱਸ, ਜਦ ਰਹਿੰਦੇ 4 ਸਿਆੜ ਵੀ ਬੈ ਹੋ ਗਏ, ਮੁੰਡਾ ਦਿਹਾੜੀਆਂ ਕਰਦਾ ਫਿਰੂ ਲੋਕਾਂ ਦੇ, ਫੇਰ ਕੁਛ ਜਾਂਦਾ ਇੱਜ਼ਤ ਬਣ ਜੂ ਤੇਰੀ। ਅੱਖ ਬਾਪੂ ਜੀ, ਕੋਈ ਜਾਣ ਕੇ ਤਾਂ ਚੱਬਦਾ ਨਹੀਂ। ਓਟੇ ਨਾਲ ਢੋਹ ਲਾਈ ਖੜੀ ਬੇਬੇ ਰਤਾ-ਕੁ ਉੱਚੇ ਚੁੱਕੇ ਘੁੰਡ 'ਚੋਂ ਬੋਲੀ ਸੀ ਤੇ ਬਾਬੇ ਦੀਆਂ ਅੱਖਾਂ ਝੁਕ ਗਈਆਂ ਸਨ। ਉਹ ਆਪਣੀ ਨੈਤਿਕਤਾ ਦੀ ਲੜਾਈ ਹਾਰ ਗਿਆ ਸੀ। ਘਰ 'ਚ ਲਗਾਤਾਰ ਕਲੇਸ਼ ਦਾ ਇਹ 5ਵਾਂ ਦਿਨ ਸੀ। ਪਹਿਲਾਂ ਵੀ ਕਈ ਦਿਨ ਸੁਰਬਲ ਜਿਹੀ ਹੁੰਦੀ ਰਹੀ ਸੀ, ਇੱਕ ਸਾਜ਼ਿਸ਼ ਵਾਂਗ, ਜਿਸ ਵਿੱਚ ਬਾਬੇ ਦੀ ਸ਼ਮੂਲੀਅਤ ਬਾਰੇ ਵਿਚਾਰ ਸਨ, ਵਿਰੋਧ ਸਨ, ਪਰ ਅਖੀਰ ਬੀਬੋ ਤੇ ਪ੍ਰਾਹੁਣੇ ਦੀ ਗੱਲ ਬਾਬੇ ਦੇ ਕੰਨੀ ਪੈ ਹੀ ਗਈ ਸੀ। ਬੀਬੋ ਸਤਵਿੰਦਰ ਹੋਰਾਂ ਦੀ ਸਭ ਤੋਂ ਵੱਡੀ ਭੈਣ ਸੀ। ਬਾਪੂ ਦੇ ਸ਼ਬਦਾਂ ਵਿੱਚ ਉਸ ਦੀ ਪਹਿਲੀ ਕਮਾਊ ਬਾਂਹ ਤੇ ਬਾਬੇ ਦੇ ਖਿਆਲਾਂ 'ਚ ਕੁੱਲ ਦਾ ਕਲੰਕ। ਬਾਬੇ ਲਈ ਤਾਂ ਇਕੱਲੀ ਬੀਬੋ ਕੀ, ਹਰ ਕੁੜੀ ਹੀ ਕੁੱਲ ਦਾ ਕਲੰਕ ਸੀ। ਭਾਵੇਂ ਉਸਦੇ ਆਪਣੇ ਕੋਈ ਕੁੜੀ ਨਹੀਂ ਸੀ, ਇੱਕੋ ਇੱਕ ਪੁੱਤਰ ਸੀ, ਪਰ ਫਿਰ ਵੀ ਉਸਦੀ ਕੁੜੀਆਂ ਨਾਲ ਖਾਨਦਾਨੀ ਚਿੜ ਸੀ। ਸੱਤੇ ਕੇ ਲਾਣੇ ਨੂੰ ਕੁੜੀ ਮਾਰਾਂ ਦਾ ਲਾਣਾ ਕਿਹਾ ਜਾਂਦਾ ਸੀ। ਉਹਨਾਂ ਦੀਆਂ ਕਿੰਨੀਆਂ ਹੀ ਪਿਛਲੀਆਂ ਪੀੜ੍ਹੀਆਂ ਤੋਂ ਕੁੜੀਆਂ ਮਾਰਨ ਦਾ ਰਿਵਾਜ ਚੱਲਿਆ ਆ ਰਿਹਾ ਸੀ। ਤੇਰੇ ਬਾਬੇ ਦੀਆਂ ਵੀ 2 ਭੈਣਾਂ ਜੰਮਦੀਆਂ ਹੀ ਮਾਰਤੀਆਂ ਤੀ, ਬੇਬੇ ਨੇ ਇੱਕ ਵਾਰ ਦੱਸਿਆ ਸੀ। ਉਦੋਂ ਸ਼ਾਇਦ ਕਿਸੇ ਨੇ ਸੱਤੇ ਨੂੰ ਕੁੜੀ ਮਾਰ ਕਹਿ ਕੇ ਮਿਹਣਾ ਮਾਰਿਆ ਸੀ, ਪਰ ਕਿਉਂ ਸੱਚ ਸੱਤੇ ਦੇ ਨਿਗਰਿਆ ਨਹੀਂ ਸੀ। ਬਸ ਐਵੇਂ ਸਰਦਾਰੀ ਆਖੇ ਕਿਸੇ ਨੂੰ ਧੀ ਦੇਣੀ ਪਊ, ਜਵਾਈ ਬਣਾਉਣਾ ਪਊ, ਤੇ ਕੁੜੀ ਦੱਬਣ ਦੇ ਬੇਰਹਿਮ ਢੰਗ ਨੇ ਸੱਤੇ ਦੀ ਨਿਰਛਲ ਰੂਹ ਕੰਬਾ ਦਿੱਤੀ ਸੀ।
ਦਾਈ ਦੇ ਇਹ ਦੱਸਣ ਸਾਰ ਹੀ ਕਿ ਕੁੜੀ ਹੋਈ ਹੈ, ਕੁੜੀ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਕੋਰੀ ਤੋੜੀ, ਗੁੜ ਦੀ ਰੋੜੀ ਤੇ ਰੂੰ ਦੀ ਪੂਣੀ ਹੱਥੋਂ ਹੱਥ ਇਕੱਠੀਆਂ ਹੋ ਜਾਂਦੀਆਂ। ਘਰ ਦਾ ਵੱਡਾ ਬਜ਼ੁਰਗ ਕੁੜੀ ਨੂੰ ਤੌੜੀ ਵਿੱਚ ਪਾਏ ਕਣਕ ਤੇ ਛੋਲਿਆਂ ਦੇ ਦਾਣੇ ਉੱਪਰ ਪਾਉਂਦਾ। ਕੁੜੀ ਦੇ ਇੱਕ ਹੱਥ ਗੁੜ ਦੀ ਰੋੜੀ ਤੇ ਦੂਜੇ ਹੱਥ ਰੂੰ ਦੀ ਪੂਣੀ ਫੜਾ ਦਿੱਤੀ ਜਾਂਦੀ। ਗਿੱਲੀ ਮਿੱਟੀ ਲਾ ਕੇ ਚੱਪਣੀ ਨਾਲ ਤੌੜੀ ਦਾ ਮੂੰਹ ਬੰਦ ਕਰਨ ਤੋਂ ਪਹਿਲਾਂ ਬਕਾਇਦਾ ਕੁੜੀ ਨੂੰ ਸੁਣਾ ਕੇ ਕਿਹਾ ਜਾਂਦਾ, ਗੁੜ ਖਾਈ ਪੂਣੀ ਕੱਤੀ, ਆਪ ਨਾ ਆਈ ਵੀਰ ਨੂੰ ਕੱਤੀ। ਤੇ ਇਸ ਤਰ੍ਹਾਂ ਵੀਰ ਦੇ ਆਉਣ ਤੱਕ ਪੀੜ੍ਹੀ ਦਰ ਪੀੜ੍ਹੀ ਹਰ ਕੁੜੀ ਗੁੜ ਖਾਂਦੀ ਤੇ ਆਪਣੇ ਹਿੱਸੇ ਦੀ ਪੂਣੀ ਕੱਤਦੀ। ਸੱਤੇ ਦੇ ਬਾਪੂ ਨੇ ਹੀ ਖਾਨਦਾਨੀ ਲੀਹ ਭੰਨੀ ਸੀ। ਬੀਬੋ ਦੇ ਜਨਮ ਤੋਂ ਪਹਿਲਾਂ ਹੀ ਕਿਸੇ ਸੁਭਾਵਕ ਚੱਲੀ ਚਰਚਾ ਦੌਰਾਨ ਜੇ ਕੁੜੀ ਹੋਈ ਤਾਂ ਵੀ ਕੋਈ ਨਹੀਂ ਦਾ ਐਲਾਨ ਕਰ ਦਿੱਤਾ ਸੀ। ਤੇ ਫਿਰ ਬੀਬੋ ਦੇ ਜਨਮ ਤੋਂ ਬਾਅਦ ਵਰ੍ਹਿਆਂ ਪਿੱਛੋਂ ਕੁੜੀ ਮਾਰਾਂ ਦੇ ਵਿਹੜੇ ਵਿੱਚੋਂ ਕੋਰੀ ਤੋੜੀ ਦੀ ਥਾਂ ਕਿਸੇ ਬੱਚੀ ਦੀਆਂ ਕਿਲਕਾਰੀਆਂ ਬਾਹਰ ਆਈਆਂ ਸਨ। ਮਾਂ ਬਾਹਰ ਵਧੀ ਸੀ, ਚੌਂਕੇ ਚੜ੍ਹੀ ਸੀ, ਪਰ ਫਿਰ ਜਿਵੇਂ ਪਿਛਲੀ ਸਦੀ ਦੀਆਂ ਸਾਰੀਆਂ ਤੌੜੀਆਂ ਦੇ ਮੂੰਹ ਖੁੱਲ੍ਹ ਗਏ ਸਨ। ਬੀਬੋ ਦੇ ਬਾਅਦ 4 ਕੁੜੀਆਂ ਉੱਪਰ ਥੱਲੀ ਹੋਰ ਜੰਮੀਆਂ, ਜਿਨ੍ਹਾਂ 'ਚੋਂ 2 ਤਾਂ ਸੁੱਖ ਨਾਲ ਬੜੀ ਮਾਤਾ ਦੀ ਭੇਟ ਹੋ ਗਈਆਂ ਤੇ ਬੀਬੋ ਸਮੇਤ 3 ਰੱਬ ਤੋਂ ਸਾਰੀ ਉਮਰ ਦੇ ਮਾਪੇ ਇੱਕ ਵੀਰ ਦੀ ਝੋਲੀ ਅੱਡ ਅੱਡ ਮੰਗ ਕਰਦੀਆਂ ਰਹੀਆਂ। ਰਤਨ ਸਿਉਂ ਪਰਮਾਤਮਾ ਦਾ ਭਾਣਾ ਮੰਨਣ ਲਈ ਤਿਆਰ ਸੀ, ਪਰ ਗਿਆਨ ਕੌਰ ਦੀ ਪੁੱਤਰ ਦੀ ਰੀਝ ਮੱਧਮ ਨਾ ਪਈ। 14 ਵਰ੍ਹਿਆਂ ਦੀ ਬੀਬੋ ਨੂੰ ਰੱਬ ਨੇ ਇੱਕ ਭੈਣ ਹੋਰ ਭੇਜ ਦਿੱਤੀ। ਹੈਵਰਕ ਪਾਰਕ ਤੋਂ ਟਰਨ ਕਰਦਿਆਂ ਸੱਤੇ ਦੀ ਛੋਟੀ ਭੈਣ ਦੇ ਜਨਮ ਵੇਲੇ ਦੀ ਬਾਪੂ ਦੀ ਦੱਸੀ ਇੱਕ ਗੱਲ ਚੇਤੇ ਆ ਗਈ। ਰਤਨ ਸਿਉਂ ਦਾਈ ਨੂੰ ਲਿਆ ਕੇ ਵਿਹੜੇ ਵਿੱਚ ਬੈਠਾ ਸੀ। ਪਿੰਡ ਦੀਆਂ 2-3 ਹੋਰ ਬੁੜੀਆਂ ਵੀ ਅੰਦਰ ਸਨ। ਬੀਬੋ ਸਿਆਣੀ ਸੀ, ਬਾਪੂ ਤੋਂ ਪਰੇ ਰਸੋਈ ਵਜੋਂ ਵਰਤੀ ਜਾਂਦੀ ਦਿਉਢੀ ਵਿੱਚ ਪਾਣੀ ਦੁੱਧ ਆਦਿ ਕਰਨ ਦੇ ਆਹਰ ਲੱਗੀ ਹੋਈ ਸੀ। ਪਰ ਛੋਟੀਆਂ ਦੋਵੇਂ ਰਤਨ ਸਿਉਂ ਦੇ ਗੋਡੇ ਮੋਢੇ ਝੂਲਦੀਆਂ, ਮਨੋ ਮਨੀ ਕੁਝ ਸਮਝਦੀਆਂ ਵੀ ਖਾਮੋਸ਼ ਸਨ। ਰਤਨ ਸਿਉਂ ਵੀ ਸ਼ਾਇਦ ਕੋਈ ਸੁੱਖ ਸੁੱਖ ਦਾ ਅੱਖਾਂ ਵਿੱਚ ਹੀ ਬੈਠਾ ਸੀ ਕਿ ਅਚਾਨਕ ਅੰਦਰੋਂ ਬੁੜੀਆਂ ਦੇ ਓਹੋ ਹੋ ਹੇ, ਰਾਮ ਰਾਮ ਭਾਈ, ਉਹਦੀ ਰਜਾ, ਵਾਹਿਗੁਰੂ ਦੀਆਂ ਆਵਾਜ਼ਾਂ ਬੰਦ ਦਰਵਾਜ਼ੇ ਦੀਆਂ ਚੀਥਾਂ ਰਾਹੀਂ ਦੇਲੀ ਟੱਬ ਆਈਆਂ ਸਨ। ਰਤਨ ਸਿਉਂ ਦੇ ਅੱਖਾਂ ਖੋਲ੍ਹ ਕੇ ਕੁਝ ਸਮਝਣ ਤੋਂ ਪਹਿਲਾਂ ਹੀ ਵਿਚਕਾਰਲੀ ਮਾੜੋ ਬੋਲੀ ਸੀ, ਬਾਪੂ ਪਤਾ ਬੁੜੀਆਂ ਹੋਏ ਹੋਏ ਕਾਹਤੋਂ ਕਰਦੀਆਂ, ਸਾਡੇ ਕੋਈ ਵੀਰ ਨਹੀਂ ਨਾ, ਭੈਣ ਹੀ ਹੋਰ ਆ ਗਈ ਹੋਣੀ ਹੈ। ਉਦੋਂ ਤਾਂ ਪਤਾ ਨਹੀਂ ਮਨ ਦੀ ਕੀ ਹਾਲਤ ਹੋਵੇ, ਪਰ ਮਾੜੋ ਦੀ ਸੁਭਾਵਕ ਕਹੀ ਗੱਲ ਦੁਹਰਾਉਣ ਲੱਗਿਆਂ ਬਾਪੂ ਹੁਣ ਵੀ ਅੱਖਾਂ ਭਰ ਲੈਂਦਾ ਸੀ। ਇਸ ਤਰ੍ਹਾਂ ਪੁੱਤਰ ਲੱਭਦਿਆਂ ਲੱਭਦਿਆਂ ਰਤਨ ਸਿਉਂ ਨੇ ਕੁੜੀਆਂ ਨਾਲ ਵਿਹੜਾ ਭਰ ਲਿਆ ਸੀ। ਭਾਈ ਆ ਤਾਂ ਰੱਬ ਚੰਗੀ ਚੀਜ਼ ਦੇ ਕੇ ਕਲੇਜਾ ਠੰਡਾ ਕਰੇ, ਨਹੀਂ ਕਾਹਨੂੰ ਵਿਚਾਰੀ ਦੀ ਐ ਰੱਤ ਸੁਕਾਈ ਜਾਂਦਾ। ਮਰਨੇ ਪਰਨੇ ਤੇ ਬੈਠੀਆਂ ਬੁੜੀਆਂ ਗਿਆਨ ਕੌਰ ਨਾਲ ਹਮਦਰਦੀ ਜ਼ਾਹਰ ਕਰਦੀਆਂ। ਆਪਣਾ ਰਤਨ ਸਿਉਂ ਤਾਂ ਰੱਬ ਦੀ ਨਾਂਹ ਕਰਾਉਣ ਖੇਡਣ ਲੱਗਿਆ ਵਿਆ, ਬਈ ਦੇ ਮੁੰਡਾ ਨਹੀਂ ਤਾਂ ਐਕਣੇ ਕਰੂ। ਸੱਥ 'ਚ ਬੈਠੀ ਮੁੰਡੀਹਰ ਰਤਨ ਸਿਉਂ ਦੀ ਹੋਣੀ ਨੂੰ ਮਜ਼ਾਕ ਕਰਦੀ, ਅਜੇ ਹੋਰ ਚਾਂਸ ਦੇਖੂ ਪਿਓ ਦਾ ਪੁੱਤ, ਇੱਥੇ ਹੀ ਦੇਖ ਲਈ ਤੂੰ। ਤੇ ਸੱਚ ਹੀ ਬੀਬੋ ਦੇ ਮੰਗਣੇ ਵਾਲੇ ਸਾਲ ਗਿਆਨ ਕੌਰ ਦੀ ਕੁੱਖ ਨੂੰ ਭਾਗ ਲੱਗੇ। ਸਤਵਿੰਦਰ ਜਨਮਿਆ, ਵਧਾਈਆਂ ਵੰਡੀਆਂ ਗਈਆਂ, ਗਿੱਧੇ ਪਾਏ ਗਏ ਤੇ ਹਰ ਅੰਗ ਸਾਕ ਦੀ ਚੁਗਾਠ ਬੰਦ ਨਿਵਾਰਾਂ ਨਾਲ ਸ਼ਿੰਗਾਰੀ ਗਈ। ਪਲੀਜ਼ ਕੀਪ ਦਾ ਸਪੀਡ ਐਂਡ ਐਡਵਾਈਜ਼ ਚੇਂਜ ਦਾ ਲੇਨ। ਬਰਾਬਰ ਆਈ ਗੋਰੇ ਦੀ ਗੱਡੀ 'ਚੋਂ ਬੋਲ ਇੱਟ ਵਾਂਗ ਸੱਤੇ ਦੇ ਮੱਥੇ ਲੱਗੇ। ਖਿਆਲਾਂ 'ਚ ਖੋਇਆ ਉਹ ਗੱਡੀ ਬਹੁਤ ਹੌਲੀ ਲਈ ਜਾ ਰਿਹਾ ਸੀ। ਚਿਹਰੇ 'ਤੇ ਤੈਰ ਆਈਆਂ ਪਸੀਨੇ ਦੀਆਂ ਬੂੰਦਾਂ ਉਸ ਨੂੰ ਬਹੁਤ ਅਜੀਬ ਲੱਗੀਆਂ। ਅਚਾਨਕ ਉਸ ਨੂੰ ਥਕੇਵਾਂ ਇੱਕ ਤੋਟ ਜਿਹੀ ਮਹਿਸੂਸ ਹੋਈ। ਖਿਆਲ ਆਇਆ ਖੁਸ਼ਵਿੰਦਰ ਨੂੰ ਹੀ ਫੋਨ ਕਰ ਲਵੇ, ਅਜੇ ਘਰ ਹੀ ਹੋਵੇਗੀ। ਹੈਵਰਕ ਪਾਰਕ 'ਤੇ ਗੱਡੀ ਪਾਰਕ ਕਰਕੇ ਉਹ ਟੈਲੀਫੋਨ ਬੂਥ ਵਿੱਚ ਜਾ ਵੜਿਆ। 25 ਸੈਂਟ ਦਾ ਸਿੱਕਾ ਹੱਥ ਫੜਦਿਆਂ ਉਸ ਘਰ ਦਾ ਨੰਬਰ ਡਾਇਲ ਕੀਤਾ ਤਾਂ ਕੁਝ ਦੇਰ ਬੈਲ ਜਾਣ ਤੋਂ ਬਾਅਦ ਫੋਨ ਚੁੱਕ ਲਿਆ ਗਿਆ। ਹੈਲੋ, ਖੁਸ਼ਵਿੰਦਰ ਦਿਸ ਸਾਈਡ। ਚੋਗਾ ਕੰਨ ਨੂੰ ਲਾਈ ਉਹ ਸਿੱਕਾ ਪਾਉਣ ਤੋਂ ਪਹਿਲਾਂ ਕੁਝ ਦੇਰ ਠਿਠਕਿਆ। ਕੁਝ ਅਜੀਬ ਜਿਹਾ ਮਹਿਸੂਸ ਹੋਇਆ, ਦਿਲ ਜਿਵੇਂ ਕੰਬ ਕੇ ਰੁਕ ਗਿਆ ਹੋਵੇ, ਤੇ ਫੋਨ ਕੱਟਿਆ ਗਿਆ। ਦੁਚਿੱਤੀ ਉਹਦੇ ਪੈਰ ਰੋਕ ਕੇ ਖੜ ਗਈ। ਨਾ ਕਦਮ ਬੂਥ ਤੋਂ ਬਾਹਰ ਨਿਕਲਦੇ ਸਨ ਤੇ ਨਾ ਦੁਬਾਰਾ ਫੋਨ ਵੱਲ ਵੱਧਦੇ ਸਨ। ਦਿਲ ਥੰਮ ਅਸਪਸ਼ਟ ਜਿਹੇ ਵੇਗ 'ਚ ਉਹਨੇ ਦੁਬਾਰਾ ਡਾਇਲ ਕੀਤਾ ਤਾਂ ਖੁਸ਼ਵਿੰਦਰ ਸੁਣਨ ਤੋਂ ਪਹਿਲਾਂ ਹੀ ਸਿੱਕਾ ਹੱਥੋਂ ਤਿਲਕ ਗਿਆ। ਮੈਂ ਸਤਵਿੰਦਰ ਬੋਲਦਾ। ਖੁਸ਼, ਹਾਊ ਆਰ ਯੂ? ਕੁਆਇਟ ਵੈਲ। ਪਰ ਸੱਤੇ ਨੂੰ ਫੋਨ 'ਚੋਂ ਆਉਂਦੀ ਆਵਾਜ਼ ਸਾਫ਼ ਕੰਬਦੀ ਮਹਿਸੂਸ ਹੋਈ। ਖੁਸ਼, ਤੈਨੂੰ ਮੰਮੀ ਡੈਡੀ ਵੱਲੋਂ ਕੋਈ ਕਾਲ ਆਈ ਹੈ? ਹਾਂ, ਤੇਰੀ ਪਹਿਲੀ ਕਾਲ ਤੋਂ 10 ਕੁ ਮਿੰਟ ਪਹਿਲਾਂ। ਫੋਨ ਕੱਟਦੀ ਸਾਰ ਮੈਂ ਸਮਝ ਗਈ ਸੀ ਤੂੰ ਹੋਵੇਂਗਾ। ਕੀ ਕਿਹਾ ਉਹਨਾਂ ਨੇ? ਸੱਤੇ ਨੇ ਆਪਣੇ ਫੋਨ ਕੱਟ ਜਾਣ ਦੀ ਗੱਲ ਨੂੰ ਅਣਸੁਣੀ ਕਰਦਿਆਂ ਪੁੱਛਿਆ। ਲੇਖ ਰਾਜਾ ਅੰਕਲ ਦੇ
ਪਹੁੰਚਣਾ ਹੈ 12 ਨੂਨ ਤੱਕ। ਸੱਤੇ ਨੂੰ ਆਵਾਜ਼ ਪਹਿਲਾਂ ਨਾਲੋਂ ਦ੍ਰਿੜ ਤੇ ਸਪਸ਼ਟ ਜਾਪੀ। ਫਿਰ ਕੀ ਜਾਵਾਂਗੇ, ਹੋਰ ਕੀ। ਸੱਤਾ ਖਾਮੋਸ਼ ਹੋ ਗਿਆ। ਆਵਾਜ਼ ਫਿਰ ਆਈ, ਜਿਵੇਂ ਕਿਸੇ ਨੇ ਆਪਣੇ ਆਪ ਨਾਲ ਹੀ ਗੱਲ ਕੀਤੀ ਹੋਵੇ। ਸੱਤੇ, ਤੈਨੂੰ ਐ ਨਹੀਂ ਲੱਗਦਾ ਜਿਵੇਂ ਆਪਾਂ ਸੂਰਜ ਤੋਂ ਅੱਖ ਬਚਾ ਕੇ ਉਹਦੀ ਪਿੱਠ ਵੇਖਣ ਨੂੰ ਫਿਰਦੇ ਹੋਈਏ? ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਇਸ ਤੋਂ ਪਹਿਲਾਂ ਕਿ ਸੱਤਾ ਗੱਲ ਦੇ ਸਾਰੇ ਅਰਥ ਸਮਝ ਲੈਂਦਾ, ਫੋਨ ਕੱਟ ਗਿਆ। ਸੂਰਜ ਦੀ ਪਿੱਠ ਹੀ ਉਹਦੇ ਸਾਹਮਣੇ ਪ੍ਰਸ਼ਨ ਚਿੰਨ੍ਹ ਬਣ ਕੇ ਟੰਗੀ ਰਹਿ ਗਈ, ਜਿਵੇਂ 4 ਕੁ ਸਾਲ ਪਹਿਲਾਂ ਬਾਪੂ ਸਾਹਮਣੇ ਬੀਬੋ ਦੀ ਅਜੀਬ ਪੇਸ਼ਕਸ਼ ਟੰਗੀ ਗਈ ਸੀ। ਛੋਟੀ ਤੋਂ ਵੱਡੀ ਰਾਣੀ ਦਾ ਵਿਆਹ ਅਟੈਂਡ ਕਰਨ ਕੈਨੇਡਾ ਤੋਂ ਆਏ ਬੀਬੋ ਤੇ ਪ੍ਰਾਹੁਣਾ ਇਸ ਵਾਰ 2 ਮਹੀਨੇ ਦੇ ਕਰੀਬ ਇੰਡੀਆ ਰਹੇ। ਵਿਆਹ ਵਿੱਚ ਵੀ ਪ੍ਰਾਹੁਣੇ ਨੇ ਬਹੁਤ ਮਦਦ ਕੀਤੀ ਸੀ। ਕਾਰਨ ਵੀ ਸਪਸ਼ਟ ਸੀ। ਅੱਜ ਭਾਵੇਂ ਉਹ ਕੁਝ ਬਣ ਗਏ ਸਨ, ਪਰ ਬੀਬੋ ਦੇ ਵਿਆਹ ਵੇਲੇ ਉਹਨਾਂ ਦਾ ਕੰਮ ਸਾੜਾ ਵਾਰਾ ਹੀ ਸੀ। ਵੇਖਣ ਆਏ ਘੱਟ ਜ਼ਮੀਨ ਦਾ ਨਾਂ ਸੁਣਦਿਆਂ ਹੀ ਤਿੜਕ ਜਾਂਦੇ। ਪਰ ਰਤਨ ਸੋਹ ਨੇ ਛਪਾਰ ਦੇ ਮੇਲੇ 'ਤੇ ਮਿੱਟੀ ਕੱਢਣ ਗਏ ਪ੍ਰਾਹੁਣੇ ਦੇ ਬਾਪ ਨਾਲ ਪਈ ਮਿੱਤਰਤਾ ਦੀ ਲੱਜ ਪਾਲੀ ਸੀ। ਉਹਦੇ ਪਹਿਲੀ ਵਾਰ ਗੱਲ ਚਲਾਉਣ 'ਤੇ ਹੀ ਰਤਨ ਸੋਹ ਨੇ ਹਾਂ ਕਹਿ ਦਿੱਤੀ ਸੀ। ਵਿਆਹ ਭਾਵੇਂ ਸਰਦਾ ਪੁੱਜਦਾ ਹੀ ਕੀਤਾ ਸੀ, ਪਰ ਪ੍ਰਾਹੁਣੇ ਦੇ ਕੈਨੇਡਾ ਜਾਣ ਵੇਲੇ ਏਜੰਟ ਦੇ ਹੱਥ 'ਤੇ 30,000 ਰਤਨ ਸਿਉ ਨੇ ਆਪਣਾ ਅੱਧ ਵਾੜਾ ਬੈ ਕਰਕੇ ਧਰਿਆ ਸੀ। ਹੁਣ ਉਹ ਰੰਗੀ ਵਸਦੇ ਸਨ। ਦੋਵੇਂ ਜੀ ਓਟਾਵਾ ਵਿੱਚ ਨੌਕਰੀ ਕਰਦੇ ਸਨ ਤੇ ਸੱਤੇ ਤੋਂ 3 ਕੁ ਸਾਲ ਛੋਟੀ ਉਹਨਾਂ ਦੀ ਧੀ ਖੁਸ਼ਵਿੰਦਰ ਐਡਮੰਡ ਵਿੱਚ ਸਟੋਰ ਕੀਪਰ ਸੀ। ਪਰ ਰਤਨ ਸਿਉ ਦੀ ਸਰਦਾਰੀ ਬਹੁਤ ਹੱਦ ਤੱਕ ਖੁਰ ਚੁੱਕੀ ਸੀ। ਕੁੜੀਆਂ ਦੇ ਇੱਕ ਬੜੇ ਘਰੀਂ ਕੀਤੇ ਵਿਆਹ ਤੇ ਪੰਚਾਇਤ ਨਾਲ ਸ਼ਾਮਲਾਟ ਦਾ ਚੱਲਿਆ ਝਗੜਾ 5 ਚੋਂ 2.5 ਏਕੜ ਖਾ ਗਿਆ ਸੀ। ਰਹਿੰਦੇ 2.5 ਏਕੜ ਰੋਟੀ ਦੇਣੋਂ ਅਸਮਰਥ ਸਨ। ਸਤਵਿੰਦਰ ਨੂੰ ਵੀ 10ਵੀਂ ਤੋਂ ਬਾਅਦ ਪੜ੍ਹਾਉਣ ਦਾ ਸੁਪਨਾ ਪੂਰਾ ਨਹੀਂ ਸੀ ਹੋ ਸਕਿਆ। ਉਸਨੇ ਲੋਨ ਲੈ ਕੇ 3 ਮੱਝਾਂ ਰੱਖੀਆਂ ਸਨ। ਦੁੱਧ ਦਾ ਧੰਦਾ ਬਹੁਤ ਹੱਦ ਤੱਕ ਘਰ ਦਾ ਖਰਚ ਤੋਰਦਾ ਸੀ, ਪਰ 2 ਜਣਿਆਂ ਦੀ ਕਮਾਈ, ਜਿਵੇਂ ਸਿਆਣੀ ਕਹਿੰਦੇ ਹਨ, ਜੀਵਨ ਦਾ ਘੱਟੋ ਘੱਟ ਪੱਧਰ ਵੀ ਔਖ ਨਾ ਬਣਾਈ ਰੱਖ ਸਕਦੀ ਸੀ। ਸਤਵਿੰਦਰ ਦੀਆਂ ਕੋਮਲ ਭਾਵਨਾਵਾਂ ਮੱਝਾਂ ਦੇ ਖੁਰਾਂ ਹੇਠ ਕਰੀਹ ਹੋ ਕੇ ਰਹਿ ਗਈਆਂ ਸਨ। ਕਿਸੇ ਸ਼ਾਨਦਾਰ ਜੀਵਨ ਦੀ ਕਲਪਨਾ ਹਰ ਸ਼ਾਮ ਟੋਕਾ ਮਸ਼ੀਨ 'ਚ ਕੁਤਰੀ ਜਾਂਦੀ। ਜ਼ਿੰਦਗੀ ਨਾਲ ਸਾਹਮਣਿਓਂ ਟੱਕਰਨ ਦੀ ਖਾਹਿਸ਼ ਧਾਰ ਚੋਂਦੇ ਹੱਥਾਂ ਦੀ ਜੁੰਬਸ 'ਚ ਘੁੱਟ ਕੇ ਰਹਿ ਜਾਂਦੀ। ਬੀਬੋ ਤੇ ਪ੍ਰਾਹੁਣਾ ਵੀ ਇਸ 'ਤੇ ਕਿੰਨੀ ਦੇਰ ਵਿਚਾਰ ਕਰਦੇ ਰਹੇ ਸਨ। ਪੱਛਮੀ ਦੇਸ਼ਾਂ ਨੇ ਕਿਸੇ ਵੀ ਕਿਸਮ ਦੀ ਐਂਟਰੀ 'ਤੇ ਲਾਈ ਪਾਬੰਦੀ ਸਖਤ ਕਰ ਦਿੱਤੀ ਸੀ। ਜਾਅਲੀ ਪਾਸਪੋਰਟਾਂ ਰਾਹੀਂ ਭੇਜੇ ਏਜੰਟਾਂ ਦੇ ਬੰਦੇ ਧੜਾ ਧੜ ਡਿਪੋਰਟ ਹੋ ਰਹੇ ਸਨ। ਕੈਨੇਡਾ ਵਿੱਚ ਵਿਆਹ ਤੋਂ ਬਿਨਾਂ ਜਾਣਾ ਸੰਭਵ ਹੀ ਨਹੀਂ ਸੀ ਤੇ ਵਿਆਹ ਦਾ ਜੁਗਾੜ ਸੱਤੇ ਦੀ ਥੋੜ੍ਹੀ ਪੜ੍ਹਾਈ ਰੋਕੀ ਖੜੀ ਸੀ। ਬਹੁਤ ਸ਼ਸ਼ੋ-ਪੰਜ ਤੇ ਦੁਬਦਾ ਦੁਚਿੱਤੀ ਤੋਂ ਬਾਅਦ ਉਹਨਾਂ ਰਤਨ ਸੋਹ ਨਾਲ ਗੱਲ ਕਰਨ ਦਾ ਮਨ ਬਣਾਇਆ ਸੀ। ਕੈਨੇਡਾ ਵਾਪਸ ਜਾਣ ਤੋਂ 10 ਕੁ ਦਿਨ ਪਹਿਲਾਂ ਆਇਆ ਨੇ ਗੱਲ ਕੀਤੀ ਸੀ, ਸਤਵਿੰਦਰ ਤੇ ਖੁਸ਼ਵਿੰਦਰ ਦੇ ਕਾਗਜ਼ੀ ਵਿਆਹ ਦੀ ਗੱਲ। ਇੱਧਰੋਂ ਤਸਦੀਕ ਹੋਈ ਕੋਰਟ ਮੈਰਿਜ ਨੇ ਸਤਵਿੰਦਰ ਨੂੰ ਕੈਨੇਡਾ ਵੜਦਾ ਕਰ ਦੇਣਾ ਸੀ। 3 ਸਾਲ ਬਾਅਦ ਇਮੀਗ੍ਰੇਸ਼ਨ ਮਿਲਣ ਮਗਰੋਂ ਕੈਨੇਡਾ ਦੇ ਕਾਨੂੰਨ ਕਿਸੇ ਵੀ ਪ੍ਰਵਾਸੀ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੰਦੇ ਸਨ। ਗਿਆਨ ਕੌਰ ਤਿਆਰ ਸੀ, ਪਰ ਰਤਨ ਸੋਹ ਨੂੰ ਇਹ ਘੋਰ ਅਨਰਥ ਲੱਗਿਆ ਸੀ। ਨਾ ਭਾਈ ਬੀਬਾ, ਉਹ ਸਮਝਾਉਣ ਦੀ ਸੁਰ ਵਿੱਚ ਬੋਲਿਆ ਸੀ। ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ? ਇਹ ਕਲੰਕ ਤਾਂ ਕਦੰਤ ਨਹੀਂ ਲੈਣਾ। ਅਮੀਰੀ ਗਰੀਬੀ ਤਾਂ ਚੜ੍ਹਦੇ ਲਹਿੰਦੇ ਦੇ ਪਰਛਾਵੇਂ ਨੇ। ਮਾਇਆ ਹੱਥਾਂ ਦੀ ਮੈਲ, ਆਪਾਂ ਨਹੀਂ ਇਹ ਪਾਪ ਕਮਾਉਣਾ। ਐਡਾ ਅਨਰਥ, ਮਾਮਾ ਭਾਂਜੀ ਦਾ ਵਿਆਹ, ਨਾ ਚੜ੍ਹਦੇ ਨਾ ਲਹਿੰਦੇ, ਨਾ ਬਈ। ਪਰ ਪ੍ਰਾਹੁਣੇ ਦੀ ਦਲੀਲ ਨਾ ਕੀਤੀ ਗੱਲ ਨੇ ਉਹਨੂੰ ਪਹਿਲਾਂ ਸੋਚਣ ਤੇ ਫਿਰ ਮੰਨਣ 'ਤੇ ਮਜਬੂਰ ਕਰ ਦਿੱਤਾ ਸੀ। ਉਸ ਘਰ ਦੇ ਭਵਿੱਖ ਲਈ ਵਰਤਿਆ ਜਾ ਸਕਣ ਵਾਲਾ ਇਹ ਆਖਰੀ ਹਥਿਆਰ ਸੀ। ਘੁੱਟ ਤਾਂ ਜ਼ਰੂਰ ਜ਼ਹਿਰ ਦੀ ਸੀ, ਪਰ ਕੇਰਾਂ ਪੀਤੀ ਸੰਕਟ ਮੋਚਨ ਸਿੱਧ ਹੋਣੀ ਸੀ। ਉੱਤੋਂ ਪ੍ਰਾਹੁਣੇ ਨੇ ਨੇੜੇ ਪਰੀਹੇ ਤੋਂ ਹੀ ਕਈ ਕੇਸ ਗਿਣਵਾ ਦਿੱਤੇ ਸਨ। ਕਿਤੇ ਭੈਣ ਭਰਾ ਤੇ ਇੱਕ ਥਾਂ ਬਾਪ ਧੀ ਵੀ ਕਾਗਜ਼ੀ ਵਿਆਹ ਰਾਹੀਂ ਵਿਦੇਸ਼ ਅੱਪੜੇ ਸਨ। ਜਿਨ੍ਹਾਂ ਦੇ ਘਰੇ ਕਦੇ ਰੋਟੀ ਨਹੀਂ ਸੀ ਪੱਕਦੀ, ਹੁਣ ਹਵੇਲੀਆਂ ਮੁਰੱਬਿਆਂ ਦੇ ਮਾਲਕ ਬਣੇ ਬੈਠੇ ਸਨ। ਜਿਹੜੇ ਲੋਕ ਪਹਿਲਾਂ ਵੱਧ ਗੱਲਾਂ ਕਰਦੇ, ਹੁਣ ਮਿਲਣ ਆਇਆਂ ਦੀ ਦੋਵੇਂ ਵਕਤ ਹਾਜ਼ਰੀ ਭਰਦੇ ਸਨ। ਰਤਨ ਸਿਉ ਦੀ ਗੱਲ ਸਮਝ ਲੱਗ ਗਈ ਸੀ। ਉਸ ਤਾਂ ਦੇਖ ਲਓ ਭਾਈ, ਤੁਹਾਡੀ ਮਰਜ਼ੀ ਆ, ਫਿਰ ਆਖ ਹਾਮੀ ਭਰ ਦਿੱਤੀ ਸੀ। ਪਰ ਸੱਤੇ ਦੇ ਬਾਬੇ ਦਾ ਵਿਰੋਧ ਤਾਂ ਕੇਰਾਂ ਅਸਮਾਨ ਜਾ ਚੜ੍ਹਿਆ ਸੀ। ਤੁਹਾਡੀ ਮੱਤ ਤਾਂ ਨਹੀਂ ਮਾਰੀ ਗਈ। ਮੈਂ ਕਹਿੰਦਾ ਤੋਂ ਲੈ ਕੇ ਕੰਜਰ ਤੱਕ ਦੇ ਉਪਨਾਮ ਵੀ ਉਸ ਨੂੰ ਉਹਨਾਂ ਲਈ ਛੋਟੇ ਲੱਗੇ ਸਨ। ਪਰ ਰਤਨ ਸਿਉ ਨੇ ਜ਼ਰਾ ਸਖਤ ਦਲੀਲ ਤੇ ਸੁਰ ਵਿੱਚ ਉਸ ਦਾ ਵਿਰੋਧ ਵੀ ਦਬਾ ਦਿੱਤਾ ਸੀ ਅਤੇ ਸਤਵਿੰਦਰ 1 ਸਾਲ ਬਾਅਦ ਕੈਨੇਡਾ ਪਹੁੰਚ ਗਿਆ ਸੀ। ਐਕਸਕਿਊਜ਼ ਮੀ, ਆਖਦੀ ਜਨਾਨਾ ਆਵਾਜ਼ ਸੁਣ ਕੇ ਫੋਨ ਕੰਨ ਨਾਲ ਲਾਈ ਖੜਾ ਸੱਤਾ ਤ੍ਰਭਕ ਗਿਆ। ਥੋੜ੍ਹਾ ਸ਼ਰਮਸਾਰ ਵੀ ਹੋਇਆ। ਅੱਜ ਇਹ ਦੂਸਰੀ ਵਾਰੀ ਸੀ ਕਿ ਉਹ ਆਪਣੇ ਆਪ 'ਚ ਕਿਤੇ ਇੰਨਾ ਡੂੰਘਾ ਉਤਰਿਆ ਸੀ ਕਿ ਕਿਸੇ ਹੋਰ ਨੂੰ ਹੀ ਜਗਾਉਣਾ ਪਿਆ ਸੀ।
ਕਾਰ ਚਲਾਉਂਦੇ ਐਬਸੈਂਟ ਹੋਣਾ ਖਤਰਨਾਕ ਸੀ ਤੇ ਫੋਨ ਕੰਨ ਨਾਲ ਲਾਈ ਖੜੇ ਰਹਿਣਾ ਸ਼ਰਮਨਾਕ। ਸੱਤੇ ਨੂੰ ਆਪਣੇ ਵਿਵਹਾਰ ਦੀ ਫਿਰ ਸਮਝ ਨਹੀਂ ਸੀ ਆਈ। ਖੁਸ਼ਵਿੰਦਰ ਦਾ ਬੋਲਿਆ ਬਾਕ ਅਜੇ ਵੀ ਕਿਤੇ ਜਿਹਨ 'ਚ ਅਟਕਿਆ ਪਿਆ ਸੀ। ਵਕੀਲ ਸਾਹਮਣੇ ਜਾਣ ਤੋਂ ਪਹਿਲਾਂ ਨਾਰਮਲ ਹੋਣਾ ਜ਼ਰੂਰੀ ਸੀ। ਉਸਨੇ ਘੜੀ ਦੇਖੀ ਤਾਂ 10 ਵਜੇ ਸਨ, ਭਾਵ 2 ਘੰਟੇ। ਡਾਊਨ ਟਾਊਨ 45 ਮਿੰਟ ਦਾ ਰਸਤਾ ਸੀ ਕੁੱਲ। ਹੈਵਰਕ ਪਾਰਕ ਦੇ ਸਾਹਮਣੇ ਜੀਨ ਐਂਡ ਜਿਲ ਰੀਫਰੈਸ਼ਮੈਂਟ ਕਾਰਨਰ ਦਾ ਹੈੱਡ ਵੇਟਰ ਜਰਨੈਲ ਅੰਦਰ ਵੜਦਾ ਨਜ਼ਰ ਆਇਆ। ਸਤਵਿੰਦਰ ਦੇ ਵੱਧਦੇ ਕਦਮ ਰੁਕ ਗਏ। ਅੱਗੇ ਜਾਣ ਨੂੰ ਦਿਲ ਨਾ ਕੀਤਾ ਤਾਂ ਮੂੰਹ ਦਾ ਕਸੈਲਾ ਜਿਹਾ ਸਵਾਦ ਲਈ ਉਹ ਵਾਪਸ ਗੱਡੀ ਵੱਲ ਮੁੜ ਪਿਆ। ਪਿਛਲੇ 3 ਸਾਲਾਂ ਦੌਰਾਨ ਉਹ ਇੱਕ ਵਾਰੀ ਹੀ ਜੀਨ ਐਂਡ ਜਿਲ ਗਿਆ ਸੀ, ਉਹ ਵੀ ਕੈਨੇਡਾ ਪਹੁੰਚਣ ਦੇ ਪਹਿਲੇ ਮਹੀਨੇ ਦੌਰਾਨ ਹੀ। ਵੀਕਐਂਡ 'ਤੇ ਬੀਬੋ ਤੇ ਪ੍ਰਾਹੁਣਾ ਮਿਲਣ ਆਏ ਹੋਏ ਸਨ। ਸੈਚਰਡੇ ਸ਼ਾਪਿੰਗ ਕਰਨ ਤੋਂ ਬਾਅਦ ਉਹਨਾਂ ਸੰਡੇ ਹੈਵਰਕ ਪਾਰਕ ਵਿੱਚ ਪਿਕਨਿਕ ਦਾ ਪ੍ਰੋਗਰਾਮ ਬਣਾਇਆ ਸੀ। ਲੰਚ ਲਈ ਜੀਨ ਐਂਡ ਜਿਲ ਗਿਆ ਨੂੰ ਜਰਨੈਲ ਨੇ ਅਟੈਂਡ ਕਰਨ ਸਮੇਂ ਇਲਾਕਾ ਪੁੱਛਿਆ ਸੀ। ਇਲਾਕਾ ਇੱਕ ਹੀ ਸੀ, 5-7 ਪਿੰਡਾਂ ਦੇ ਫਰਕ ਨਾਲ ਉਹਨਾਂ ਦੇ ਪਿੰਡ ਸਨ। ਜਰਨੈਲ ਨੇ ਖੂਬ ਦਿਲ ਲਾ ਕੇ ਸਰਵ ਕੀਤਾ, ਪਰ ਜਦੋਂ ਬਿੱਲ ਲੈ ਕੇ ਆਇਆ ਤਾਂ ਥੋੜ੍ਹੀ ਬਦਮਗਜ਼ੀ ਪੈਦਾ ਹੋ ਗਈ ਸੀ। ਬਿੱਲ ਰੱਖਣ ਲੱਗਿਆ ਜਰਨੈਲ ਆਪਣੀ ਜਾਨ ਖੁਸ਼ਵਿੰਦਰ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਲਈ ਸੱਤੇ ਦੇ ਕੰਨ ਕੋਲ ਮੂੰਹ ਕਰਦਿਆਂ ਬੋਲਿਆ ਸੀ, ਗਰਾਈਆਂ ਮਾਲ ਸਿਰੇ ਦੀ ਟਾਹਣੀ ਤੋਂ ਤੋੜਿਆ, ਹੋਰ ਗੱਲਾਂ ਦੀਆਂ ਗੱਲਾਂ। ਅਚਾਨਕ ਸੱਤੇ ਨੂੰ ਜਿਵੇਂ ਘੁਮੇਰ ਜਿਹੀ ਆਈ ਸੀ। ਇੱਕ ਗੁਬਾਰ ਜਿਹਾ ਦਿਮਾਗ ਨੂੰ ਚੜ੍ਹਿਆ ਸੀ। ਗੱਲ ਖਤਮ ਹੋਣ ਤੋਂ ਪਹਿਲਾਂ ਉਹਦਾ ਹੱਥ ਜਰਨੈਲ ਦੇ ਗਲਾਵੇਂ ਨੂੰ ਜਾ ਪਿਆ ਸੀ, ਪਰ ਹੋਰ ਵੱਧ ਵਾਪਰਨ ਤੋਂ ਪਹਿਲਾਂ ਹੀ ਪ੍ਰਾਹੁਣਾ ਵਿੱਚ ਆ ਪਿਆ ਸੀ। ਇਹ ਤਾਂ ਹੁਣ ਸਹਿਣਾ ਹੀ ਪਊ ਸੱਤੇ, ਕੁਝ ਦੇਰ ਬਾਹਰ ਇਕੱਠੇ ਨਾ ਜਾਇਓ, ਪਰ ਇਸ ਤਰ੍ਹਾਂ ਐਕਸਾਈਟ ਨਹੀਂ ਹੋਣਾ, ਕੋਈ ਉਲਝੇਵਾਂ ਪਿਆ ਬਹੁਤ ਮਹਿੰਗਾ ਪਊ। ਘਰ ਆ ਕੇ ਪ੍ਰਾਹੁਣੇ ਨੇ ਸਮਝਾਇਆ ਸੀ। ਲਾਸਟ ਵੀਕ ਟਰਾਂਟੋ ਤੋਂ ਇੱਕ ਜੋੜਾ ਹੀ ਡਿਪੋਰਟ ਹੋ ਗਿਆ। ਕਿਸੇ ਨੇ ਕੰਪਲੇਂਟ ਕਰਤੀ। ਬੀਬੋ ਨੇ ਵੀ ਪ੍ਰਾਹੁਣੇ ਦੀ ਹਾਂ ਵਿੱਚ ਹਾਂ ਮਿਲਾਈ ਸੀ। ਸ਼ਿਕਾਇਤ ਦਾ ਡਰ ਨਵਾਂ ਰਫੜ ਸੀ ਜੋ ਇੱਥੇ ਆ ਕੇ ਪਿਆ। ਨਹੀਂ, ਪਹਿਲਾਂ ਤਾਂ ਸਲਾਹ ਸੀ ਕਿ ਸੱਤਾ ਓਟਾਵਾ ਬੀਬੋ ਹੋਰਾਂ ਕੋਲ ਰਹੇਗਾ। ਖੁਸ਼ਵਿੰਦਰ ਐਡਮੰਡ ਕੰਮ ਕਰਦੀ ਰਹੇਗੀ, ਪਰ ਬੋਗਸ ਵਿਆਹਾਂ ਦੇ ਪਕੜੇ ਗਏ ਕੇਸਾਂ ਨੇ ਸਰਕਾਰ ਨੂੰ ਚੌਕਸ ਕਰ ਦਿੱਤਾ ਸੀ। ਪੁਲਿਸ ਵਾਲੇ ਅਜਿਹੇ ਕੇਸਾਂ ਦੀ ਖਾਸ ਨਿਗਾਹ ਰੱਖਦੇ ਸਨ, ਇਸ ਲਈ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਨਾਲੋਂ ਸੱਤੇ ਦਾ ਵੀ ਐਡਮੰਟਨ ਪ੍ਰਬੰਧ ਕਰ ਦਿੱਤਾ ਗਿਆ ਸੀ। ਖੁਸ਼ਵਿੰਦਰ ਵਾਲਾ 2 ਕਮਰਿਆਂ ਦਾ ਫਲੈਟ ਛੱਡ ਕੇ ਉਹਨਾਂ ਨੇ 3 ਰੂਮ ਸੈੱਟ ਮਿਲਵੁੱਡਜ਼ ਵਿੱਚ ਹੀ ਲੈ ਲਿਆ ਸੀ। ਕਿਰਾਇਆ ਭਾਵੇਂ 500 ਤੋਂ ਵੱਧ ਕੇ 750 ਹੋ ਗਿਆ ਸੀ, ਪਰ ਕਮਾਈ ਵੀ 2 ਦੀ ਹੋ ਗਈ ਸੀ। ਖੁਸ਼ਵਿੰਦਰ ਪੈਟਰੋ ਕਨਾਡਾ ਵਿੱਚ ਸਟੋਰ ਕੀਪਰ ਸੀ ਹੀ ਤੇ ਸਤਵਿੰਦਰ ਵੀ ਪੈਟਰੋ ਦੀ ਆਇਲ ਰਿਫਾਈਨਰੀ ਵਿੱਚ ਹੀ ਐਡਜਸਟ ਹੋ ਗਿਆ ਸੀ। ਜ਼ਿੰਦਗੀ ਦੀ ਐਡਜਸਟਮੈਂਟ ਠੀਕ ਹੋ ਗਈ ਸੀ। ਭਾਵੇਂ ਸੱਤੇ ਦਾ ਕੰਮ ਕੋਈ ਬਹੁਤਾ ਸੁਖਾਲਾ ਨਹੀਂ ਸੀ। ਰੇਤ ਦੇ ਖਾਲੀ ਡਰਮ 8 ਘੰਟਿਆਂ ਵਿੱਚ ਹੀ ਲੱਕ ਤੋੜ ਦਿੰਦੇ ਸਨ ਤੇ 2 ਘੰਟਿਆਂ ਦਾ ਓਵਰ ਟਾਈਮ ਰਹਿੰਦੀ ਸੱਤਿਆ ਚੂਸ ਲੈਂਦੀ। $10 ਫੀ ਘੰਟੇ ਦੀ ਔਸਤ ਰੁਪਇਆਂ 'ਚ ਬਦਲਦੀ ਰਕਮ ਦੀ ਢੇਰੀ ਬਣ ਜਾਂਦੀ। ਸਾਂਝੇ ਖਾਤੇ 'ਚੋਂ ਮਕਾਨ ਦਾ ਕਿਰਾਇਆ, ਪਾਣੀ ਤੇ ਨਿਕਾਸੀ ਪਾਣੀ, ਗੈਸ, ਬਿਜਲੀ ਆਦਿ ਦੇ ਬਿੱਲਾਂ ਦੇ ਭੁਗਤਾਨ ਤੋਂ ਬਾਅਦ ਸੱਤਾ ਹਰ ਮਹੀਨੇ ਘਰ ਲਈ ਪੈਸੇ ਬਚਾ ਲੈਂਦਾ। ਹੁਣ ਉਹ ਕੈਨੇਡਾ ਦਾ ਸੋਸ਼ਲ ਕਾਰਡ ਤੇ ਵਰਕ ਕਾਰਡ ਧਾਰੀ ਹੋ ਗਿਆ ਸੀ। ਹਾਂ, ਪਰ ਇਮੀਗ੍ਰੇਸ਼ਨ 3 ਸਾਲ ਬਾਅਦ ਹੀ ਮਿਲਣੀ ਸੀ। 3 ਸਾਲ ਬਾਅਦ ਹੀ ਵਿਆਹ ਵਾਂਗ ਬੋਗਸ ਤਲਾਕ ਦੇ ਕੀਤੇ ਦਸਤਖਤਾਂ ਨੇ ਉਸਨੂੰ ਤੇ ਖੁਸ਼ ਨੂੰ ਆਜ਼ਾਦ ਜ਼ਿੰਦਗੀ ਦੇਣੀ ਸੀ। ਘਰ ਠੀਕ ਸੀ, ਦਫ਼ਤਰ ਠੀਕ ਸੀ, ਪਰ ਬਾਹਰ ਦੀ ਦੁਨੀਆ ਨਾਲ ਤਾਲਮੇਲ ਬਿਠਾਉਣ ਵਿੱਚ ਉਹਨਾਂ ਨੂੰ ਕੁਝ ਮਹੀਨੇ ਲੱਗੇ ਸਨ। ਪਹਿਲਾਂ ਬਹੁਤ ਸੁਚੇਤ ਤੇ ਫਿਰ ਆਦਤਨ ਹੀ ਉਹਨਾਂ ਇਹ ਸੁਮੇਲ ਬਿਠਾ ਲਿਆ ਸੀ। ਘਰ ਵਿੱਚ ਹੁੰਦੇ ਤਾਂ ਖੁਸ਼ ਉਸਨੂੰ ਬਕਾਇਦਾ ਮਾਮਾ ਜੀ ਤੇ ਸੱਤਾ ਉਸਨੂੰ ਕਦੇ ਭਾਈ ਕਦੇ ਕੁੜੀ ਕਹਿ ਕੇ ਸੰਬੋਧਨ ਕਰਦਾ ਸੀ। ਘਰੋਂ ਬਾਹਰ ਉਹਨਾਂ ਨੇ ਪਤੀ ਪਤਨੀ ਵਾਂਗ ਐਕਟ ਕਰਨਾ ਸਿੱਖ ਲਿਆ ਸੀ। ਪਹਿਲਾਂ ਤਾਂ ਜਦੋਂ ਕੋਈ ਖੁਸ਼ਵਿੰਦਰ ਨੂੰ ਮਿਸੇਜ ਸਤਵਿੰਦਰ ਕਹਿ ਕੇ ਸੰਬੋਧਨ ਕਰਦਾ ਤਾਂ ਉਹਨਾਂ ਨੂੰ ਬੜਾ ਅਟਪਟਾ ਲੱਗਦਾ। ਫਿਰ ਇਹ ਆਮ ਹੋ ਗਿਆ। ਹਰ ਵੀਕਐਂਡ 'ਤੇ ਸ਼ੋਪਿੰਗ ਕਰਦਿਆਂ ਜਾਂ ਸੰਡੇ ਪਿਕਨਿਕਾਂ 'ਤੇ ਉਹਨਾਂ ਦੀ ਝਿਜਕ ਦੂਰ ਹੋ ਗਈ ਸੀ। ਬਸ ਕਦੇ ਕਦਾਈ ਘਰ ਆ ਕੇ ਮਾਮਾ ਜੀ ਕਹਿੰਦੀ ਤਾਂ ਬਾਹਰ ਸੱਤਾ ਕਹਿ ਕੇ ਸੰਬੋਧਨ ਕਰਦੀ ਖੁਸ਼ ਅਚਾਨਕ ਚੁੱਪ ਤੇ ਉਦਾਸ ਹੋ ਜਾਂਦੀ।
ਫਿਰ ਵੀ ਕਈ ਵਾਰੀ ਉਹ ਅਜੀਬ ਹਾਲਾਤਾਂ ਵਿੱਚ ਫਸੇ ਸਨ, ਜਿਵੇਂ ਪਿਛਲੇ ਸਾਲ ਅਗਸਤ ਦੇ ਪਹਿਲੇ ਹਫ਼ਤੇ ਲੱਗਣ ਵਾਲੇ ਹੈਵਰਕ ਕਲਚਰਲ ਫੇਅਰ ਦੌਰਾਨ ਹੋ ਗਿਆ ਸੀ। ਸਤਵਿੰਦਰ ਨੂੰ ਇਹ ਮੇਲਾ ਦਿਲਚਸਪ ਲੱਗਿਆ ਸੀ। ਇਹ ਗੱਲ ਹੋਰ ਵੀ ਦਿਲਚਸਪ ਸੀ ਕਿ ਸਿਟੀ ਕਾਉਂਸਲ ਵੱਲੋਂ ਆਯੋਜਿਤ ਇਸ ਮੇਲੇ ਨੂੰ ਕਨਾਡਾ ਗੌਰਮਿੰਟ ਵੱਲੋਂ ਭਰਪੂਰ ਮਦਦ ਮਿਲਦੀ ਸੀ। ਭਾਵੇਂ ਹੋਰ ਵੀ ਕਈ ਆਕਰਸ਼ਣ ਹੁੰਦੇ ਸਨ, ਪਰ ਸਭ ਤੋਂ ਵੱਧ ਮੌਲਿਕਤਾ ਖਾਣੇ ਦੀਆਂ ਨੁਮਾਇਸ਼ੀ ਸਟਾਲਾਂ ਵਿੱਚ ਸੀ। ਵੱਖ-ਵੱਖ ਕੌਮਾਂ ਦੇਸ਼ਾਂ ਦੇ ਬੰਦੇ ਪਰੋਸਦੇ ਸਨ। ਪਿਛਲੇ ਸਾਲ ਸੱਤੇ ਤੇ ਖੁਸ਼ ਦੇ ਹਿੱਸੇ ਛੋਲੇ ਪੂਰੀ ਦੀ ਸਟਾਲ ਸੀ। ਬਸ ਗੱਲ ਬਣ ਗਈ। ਬਣਾਉਣ ਵਿੱਚ ਖੁਸ਼ ਤੇ ਪਰੋਸਣ ਵਿੱਚ ਸੱਤੇ ਨੂੰ ਕਮਾਲ ਹਾਸਲ ਸੀ। ਸਾਰੇ ਮੇਲੇ ਦੀ ਵਾਹ ਸੱਤਾ ਐਂਡ ਪਾਰਟੀ ਲੁੱਟ ਕੇ ਲੈ ਗਈ ਸੀ। ਹਰ ਕੋਈ ਮਿਸਟਰ ਐਂਡ ਮਿਸਿਜ ਸਤਵਿੰਦਰ ਦੇ ਦੁਆਲੇ ਸੀ। ਕਈ ਗੋਰੇ ਬਹੁਤ ਨੇੜੇ ਖੜਾ ਉਹਨਾਂ ਦੇ ਸਨੈਪ ਕਲੋਜ਼-ਅਪ ਲੈ ਰਹੇ ਸਨ। ਨਤੀਜਨ ਅਗਲੀ ਸ਼ਾਮ ਉਹਨਾਂ ਦੇ ਡਰਾਇੰਗ ਰੂਮ ਟੇਬਲ 'ਤੇ ਕਿੰਨੀਆਂ ਹੀ ਫੋਟੋਆਂ ਹੇਠ ਮਿਸਟਰ ਮਿਸਿਜ ਸਤਵਿੰਦਰ ਦੀ ਐਡਵਰਟਾਈਜ਼ਮੈਂਟ ਕਰਦੇ ਲੋਕਲ ਪੇਪਰਾਂ ਦੇ ਸਪੈਸ਼ਲ ਫੇਅਰ ਬੁਲੇਟਿਨ ਪਏ ਸਨ। ਮਿਸ ਐਂਡ ਮਿਸਿਜ ਉਰਫ ਮਾਮਾ ਪਾਨ ਜੀ। ਅਗਲੇ ਹਫ਼ਤੇ ਮਿਲਣ ਆਏ ਬੀਬੋ ਅਤੇ ਪ੍ਰਾਹੁਣਾ ਕਿੰਨੀ ਹੀ ਦੇਰ ਹੱਸਦੇ ਰਹੇ ਸਨ। ਫਿਰ ਬੀਬੋ ਅਚਾਨਕ ਹਾਸਾ ਰੋਕਦੀ ਬੋਲੀ ਸੀ, ਹੈਵਰਕ ਵਿੱਚ ਬਣਾਈਆਂ ਪੂਰੀਆਂ ਦੀ ਸਿਫਤ ਤਾਂ ਪੇਪਰ ਬਹੁਤ ਕਰਦੇ ਨੇ, ਪਰ ਸੱਤੇ ਇਹ ਮਿਸ ਭਾਣਜੀ ਤੈਨੂੰ ਘਰ ਵੀ ਖਾਣਾ ਵਧੀਆ ਖਵਾਉਂਦੀ ਹੈ ਕਿ ਉਡੀਕਦੀ ਆ ਬਈ ਕਦ ਮਾਮੇ ਦਾ ਫਾਹਾ ਵੱਢ ਹੋਵੇ ਘਰੋਂ ਨਿਕਲੇ। ਸੁਣ ਕੇ ਖੁਸ਼ ਦੇ ਬੁੱਲ੍ਹਾਂ 'ਤੇ ਫੈਲੀ ਮੁਸਕਰਾਹਟ ਦੀ ਥਾਂ ਜਿਵੇਂ ਕੋਈ ਮਿਹਣਾ ਲਿਪਿਆ ਗਿਆ ਸੀ। ਸੱਤੇ ਨੂੰ ਸੰਬੋਧਨ ਹੁੰਦਿਆਂ ਉਹਦੀ ਗੰਭੀਰ ਹੋ ਗਈ ਆਵਾਜ਼ ਉਦਾਸ ਹੋ ਗਈ ਸੀ। ਮਾਮਾ ਜੀ ਦੱਸੋ ਮੰਮੀ ਨੂੰ, ਤੁਸੀਂ ਦੱਸੋ, ਮੈਂ ਤੁਹਾਨੂੰ ਬੋਝ ਸਮਝਦੀ ਹਾਂ? ਸਗੋਂ ਇਹਨਾਂ ਦਾ ਕਿੰਨਾ ਆਸਰਾ ਹੋਇਆ ਮੈਨੂੰ। ਮੇਰੇ ਰੋਕਦੇ ਵੀ ਬਹੁਤ ਕੰਮ ਆਪ ਕਰਦੇ ਨੇ। ਹਾਂ, ਸੱਤੇ ਨੂੰ ਵੀ ਪਹਿਲ ਲੱਗਦਾ ਰਿਹਾ ਸੀ ਜਿਵੇਂ ਉਹ ਖੁਸ਼ ਉੱਤੇ ਬੋਝ ਹੋਵੇ। ਭਾਵੇਂ ਉਹਨਾਂ ਦੀਆਂ ਡਿਊਟੀਆਂ ਵਿੱਚ ਦਿਨ ਰਾਤ ਦਾ ਫਰਕ ਸੀ, ਪਰ ਖੁਸ਼ ਓਵਰਟਾਈਮ ਨਹੀਂ ਸੀ ਕਰਦੀ। ਇਸੇ ਲਈ ਸ਼ਾਮੀ ਸੱਤੇ ਦੀ ਡਿਊਟੀ ਜਾਣ ਤੋਂ ਪਹਿਲਾਂ ਪਰਤ ਆਉਂਦੀ, ਉਸ ਲਈ ਖਾਣਾ ਬਣਾਉਂਦੀ, ਟਿਫਨ ਪੈਕ ਕਰਦੀ, ਉਸਦੇ ਕੱਪੜੇ ਧੋਣ ਤੋਂ ਬਾਅਦ ਅਕਸਰ ਉਸਦਾ ਕਮਰਾ ਸਾਫ਼ ਕਰਦੀ। ਸਵੇਰੇ ਸੱਤੇ ਦੇ ਡਿਊਟੀਓਂ ਪਰਤਣ 'ਤੇ ਫਿਰ ਸਭ ਕੁਝ ਤਿਆਰ ਮਿਲਦਾ। ਉਸਨੇ ਸਿਰਫ ਖਾਣਾ ਖਾ ਕੇ ਸੌਂ ਜਾਣਾ ਹੁੰਦਾ ਸੀ। ਵੀਕਐਂਡ 'ਤੇ ਦੋਨੋਂ ਜਦੋਂ ਘਰ ਹੁੰਦੇ ਤਾਂ ਖੁਸ਼ ਉਸ ਨਾਲ ਬਜ਼ੁਰਗਾਂ ਵਾਂਗ ਵਿਵਹਾਰ ਕਰਦੀ। ਸੱਤਾ ਪਾਣੀ ਲਈ ਵੀ ਉੱਠਦਾ ਤਾਂ ਖੁਸ਼, ਤੁਸੀਂ ਮਾਮੂ ਜਾਨ ਬਸ ਹੁਕਮ ਕਰਨਾ, ਆਖ ਪਾਣੀ ਹਾਜ਼ਰ ਕਰ ਦਿੰਦੀ। ਸੱਤੇ ਨੂੰ ਬੜਾ ਅਜੀਬ ਲੱਗਦਾ ਜਦੋਂ ਆਰਾਮ ਨਾਲ ਬੈਠਾ ਟੀਵੀ ਦੇਖਦਾ ਤੇ ਖੁਸ਼ ਘਰ ਦੇ ਕੰਮ ਵਿੱਚ ਗਲਤਾਨ ਹੁੰਦੀ। ਸੱਚ ਹੀ ਉਹ ਕਿਸੇ ਮਹਿਮਾਨ ਵਾਂਗ ਮਹਿਸੂਸ ਕਰਦਾ। ਲੱਕੜ ਦੇ ਫਰਸ਼ 'ਤੇ ਪੈਂਦੀ ਖੁਸ਼ ਦੇ ਪੈਰਾਂ ਦੀ ਧਮਕ ਘਰ ਵਿੱਚ ਮਾਲਕਣ ਦੇ ਹੋਣ ਵਰਗਾ ਅਹਿਸਾਸ ਉਸ ਅੰਦਰ ਜਗਾਉਂਦੀ ਤੇ ਉਹ ਜਿਵੇਂ ਇੱਕਦਮ ਮਹਿਮਾਨ ਤੋਂ ਕਿਰਾਏਦਾਰ ਬਣ ਜਾਂਦਾ। ਇੱਕ ਬੇਲੋੜੀ ਹੋਂਦ ਤੇ ਬੇਲੋੜਾ ਹੋਣ ਦੇ ਤੀਬਰ ਅਹਿਸਾਸ ਨੇ ਸੱਤੇ ਨੂੰ ਘਰ ਵਿੱਚ ਖੁਸ਼ ਦਾ ਹੱਥ ਵਟਾਉਣ ਲਾ ਦਿੱਤਾ। ਪਹਿਲਾਂ ਉਸਨੇ ਆਪਣਾ ਸਾਰਾ ਕੰਮ ਆਪ ਕਰਨਾ ਸ਼ੁਰੂ ਕੀਤਾ। ਆਪਣੇ ਕੱਪੜੇ ਆਪ ਧੋਤੇ, ਕਮਰਾ ਆਪ ਸਾਫ਼ ਕੀਤਾ ਤੇ ਹੌਲੀ-ਹੌਲੀ ਉਹ ਵੀ ਘਰ ਦਾ ਅੱਧ ਹੋ ਗਿਆ। ਸੱਤੇ ਦਾ ਕੰਮ ਕਰਨਾ ਖੁਸ਼ ਨੂੰ ਸਰੀਰਕ ਆਰਾਮ ਭਾਵੇਂ ਦਿੰਦਾ, ਪਰ ਮਾਨਸਿਕ ਤੌਰ 'ਤੇ ਉਹ ਆਪਣੇ ਅੰਦਰ ਕਿਤੇ ਕੁਝ ਖੋਹੇ ਜਾਣ ਦਾ ਅਹਿਸਾਸ ਮਹਿਸੂਸ ਕਰਦੀ। ਉਹਦੇ ਲਈ ਨਿਸ਼ਚਿਤ ਕੰਮ ਸਿਰਫ ਆਪਣੇ ਕੱਪੜੇ ਧੋਣਾ ਸੀ। ਬਾਕੀ ਸਭ ਸੱਤਾ ਉਸਦੇ ਬਰਾਬਰ ਕਰਦਾ। ਉਸਦੇ ਆਉਣ ਤੋਂ ਪਹਿਲਾਂ ਖਾਣਾ ਬਣਾਉਂਦਾ ਤੇ ਉਸਨੂੰ ਆਈ ਨੂੰ ਚਾਹ ਕਾਫੀ ਮੇਜ਼ 'ਤੇ ਮਿਲਦੀ। ਤੇ ਇੱਕ ਦਿਨ ਸ਼ਾਮੀ ਕੱਪੜੇ ਬਦਲਣ ਲਈ ਖੁੱਲ੍ਹਿਆ ਕੱਪ ਬੋਰਡ ਜਿਵੇਂ ਉਹਦਾ ਰਹਿੰਦਾ ਅਧਿਕਾਰ ਵੀ ਖੋਹ ਕੇ ਲੈ ਗਿਆ। ਸੱਤੇ ਨੇ ਉਸਦੇ ਕੱਪੜੇ ਵੀ ਧੋ ਪ੍ਰੈਸ ਕਰਕੇ ਉਸਦੇ ਕੱਪ ਬੋਰਡ 'ਚ ਟੰਗ ਦਿੱਤੇ ਸਨ। ਮਾਮਾ ਜੀ, ਤੁਹਾਨੂੰ ਐਂ ਨਹੀਂ ਲੱਗਦਾ ਜਿਵੇਂ ਤੁਸੀਂ ਮੇਰੀਆਂ ਆਦਤਾਂ ਵਿਗਾੜ ਰਹੇ ਹੋ? ਵਿਆਹ ਤੋਂ ਬਾਅਦ ਕੌਣ ਕਰੂ? ਅੰਗਰੇਜ਼ ਮੈਨੂੰ ਪਸੰਦ ਨਹੀਂ, ਪੰਜਾਬੀ ਭਾਵੇਂ ਕੋਈ ਲੱਭ ਦਿਓ। ਉਹਦੇ ਲਈ ਪਤਨੀ ਦਾ ਅਰਥ ਉਮਰ ਗੋਲਾ ਹੋਣਾ। ਪਰ ਉਹ ਐਂ ਆਪਾਂ ਕੋਈ ਵਾਕਈ ਅੰਗਰੇਜ਼ ਜੋੜੇ ਦਾ ਜੀਵਨ ਸਟਾਈਲ ਅਪਣਾ ਲਿਆ। ਸਭ ਕੰਮ ਬਰੋਬਰ, ਬਲਕਿ ਮਾਮਾ ਜੀ ਮੈਨੂੰ ਤਾਂ ਹੁਣ ਐਂ ਲੱਗਦਾ ਜਿਵੇਂ ਤੂੰ ਮੇਰੀ ਘਰ ਵਾਲੀ ਬਣ ਗਿਆ ਹੋਵੇਂ, ਹੈ ਨਾ? ਖੁਸ਼ ਦੀ ਅਖੀਰਲੀ ਗੱਲ 'ਤੇ ਸੱਤਾ ਵੀ ਖੁੱਲ੍ਹ ਕੇ ਹੱਸਿਆ ਸੀ। ਉਹ ਖੁਸ਼ ਸਨ। ਉਸਦੀ ਬੋਰਡਮ ਚੁੱਕੀ ਗਈ ਸੀ ਤੇ ਖੁਸ਼ ਦਾ ਕੰਮ ਹੌਲਾ ਹੋ ਗਿਆ ਸੀ। ਨਾ ਕਦੇ ਤਕਰਾਰ, ਨਾ ਰੋਸ। ਦੋਵੇਂ ਟੀਵੀ ਦੇਖਦੇ, VCR ਤੇ ਭਾਰਤੀ ਫਿਲਮਾਂ ਦੇਖਦੇ, ਪੰਜਾਬੀ ਗਾਉਣ ਵਾਲਿਆਂ ਦੇ ਅਖਾੜੇ ਦੇਖਦੇ, ਡਿਸਕਸ ਕਰਦੇ। ਬਸ ਕਿਸੇ ਵੀ ਅੰਗਰੇਜ਼ੀ ਫਿਲਮ ਵੇਲੇ ਖੁਸ਼ ਕਿਸੇ ਬਹਾਨੇ ਉੱਠ ਜਾਂਦੀ। ਸੱਤੇ ਨੂੰ ਵੀ ਨਿਊਡ ਸੀਨ ਸਤਾਉਂਦੇ ਤਾਂ ਟੀਵੀ ਬੰਦ ਕਰ ਅੰਗਰੇਜ਼ਾਂ ਨੂੰ ਗਾਲਾਂ ਦਿੰਦੇ ਉਹ ਕਿਸੇ ਹੋਰ ਰੁਝੇਵੇਂ ਵਿੱਚ ਰੁੱਝ ਜਾਂਦੇ ਤੇ ਵੀਕਐਂਡ ਨਿਕਲ ਜਾਂਦਾ। ਖੁਸ਼ਵਿੰਦਰ ਇੱਕ ਵਾਰ ਇੰਡੀਆ ਵੀ ਹੋ ਆਈ ਸੀ ਆਪਣੀ ਭੂਆ ਦੀ ਕੁੜੀ ਦੇ ਵਿਆਹ 'ਤੇ, ਪਰ ਇੰਡੀਆ ਦੇ ਉਸਦੇ ਸਾਰੇ ਪ੍ਰੋਗਰਾਮ ਧਰੇ ਧਰਾਏ ਰਹਿ ਗਏ ਸਨ। ਸੱਤੇ ਦੀ ਲੱਤ 'ਤੇ ਡਿੱਗੇ ਡਰਮ ਨੇ ਐਕਸਰੇ ਵਿੱਚ ਤਰੇੜ ਲਿਆ ਦਿੱਤੀ ਸੀ।
ਖੁਸ਼ਵਿੰਦਰ ਫੋਨ ਮਿਲਦੇ ਸਾਰ ਹੀ ਜਹਾਜ਼ ਚੜ੍ਹ ਸੀ। ਸਤਵਿੰਦਰ ਗ੍ਰੇ ਨਨਜ਼ ਹਸਪਤਾਲ ਵਿੱਚ ਸੀ। ਏਅਰਪੋਰਟ ਤੋਂ ਜਾਂਦੇ ਘਰ ਰਾਹ ਵਿੱਚ ਹੀ ਸੀ। ਸਮਾਨ ਰੱਖਣ ਗਈ ਖੁਸ਼ ਘਰ ਦੀ ਸੰਭਾਲ 'ਤੇ ਹੈਰਾਨ ਸੀ। ਸੱਤੇ ਨੇ ਘਰ ਦੇ ਸਾਰੇ ਪਰਦੇ ਬਦਲੇ ਦਿੱਤੇ ਸਨ। ਡਰਾਇੰਗ ਰੂਮ ਵਿੱਚ ਡੈਕੋਰੇਸ਼ਨਜ਼ ਬਦਲੀਆਂ ਹੋਈਆਂ ਸਨ, ਪਰ ਜਾਣ ਤੋਂ ਪਹਿਲਾਂ ਲਿਆਂਦਾ ਖਾਣ ਪੀਣ ਦਾ ਸਮਾਨ ਉਵੇਂ ਪਿਆ ਸੀ, ਕੌਫੀ ਤੱਕ। ਇਸ ਦਾ ਮਤਲਬ ਸੱਤਾ ਖਾਣਾ ਬਾਹਰ ਖਾਂਦਾ ਰਿਹਾ ਸੀ। ਪਰ ਕਿਉਂ? ਤੇ ਕਿਉਂ ਦਾ ਜਵਾਬ ਬੜਾ ਸਿੱਧਾ ਨਿਕਲਿਆ। ਘਰ ਇਕੱਲੇ ਦਾ ਕੁਝ ਖਾਣ ਪੀਣ ਨੂੰ ਜੀਅ ਨਹੀਂ ਸੀ ਕਰਦਾ। ਕੰਪਨੀ ਕੰਟੀਨ ਹੀ ਸਾਰ ਲਈਦਾ ਸੀ। 5-4 ਦਿਨਾਂ ਬਾਅਦ ਸੁਭਾਵਕ ਗੱਲ ਚੱਲੀ ਗੱਲ ਤੇ ਸੱਤੇ ਨੇ ਭੋਲਾ ਜਿਹਾ ਮੂੰਹ ਬਣਾਉਂਦਿਆਂ ਕਿਹਾ ਸੀ, ਖੁਸ਼ ਨੇਮ ਨਾਲ 2 ਵਕਤ ਹਸਪਤਾਲ ਆਉਂਦੀ। ਵੀਕਐਂਡ ਪੂਰਾ ਸੱਤੇ ਦੀ ਦੇਖਭਾਲ 'ਤੇ ਲਾਉਂਦੀ। ਸੱਤੇ ਦਾ ਜ਼ਖਮ ਭਰ ਰਿਹਾ ਸੀ, ਹੱਡੀ ਜੁੜ ਰਹੀ ਸੀ, ਪਰ ਲਗਾਤਾਰ ਪਤੀ ਪਤਨੀ ਦੀ ਨਿਭਾਉਣੀ ਪੈ ਰਹੀ ਭੂਮਿਕਾ ਉਸਨੂੰ ਥਕਾ ਰਹੀ ਸੀ। ਹਸਪਤਾਲ ਵਿੱਚ 1-2 ਵਾਰੀ ਖੁਸ਼ ਦੇ ਮੂੰਹੋਂ ਨਿਕਲਿਆ, ਮਾਮਾ ਜੀ ਵੀ ਗਵਾਂਢੀ ਬੈੱਡ 'ਤੇ ਪਏ ਪਾਕਿਸਤਾਨੀ ਮਰੀਜ਼ ਨੇ ਫੜ ਲਿਆ ਸੀ। ਉਹ ਸੁਚੇਤ ਹੋ ਗਏ ਸਨ। ਸੱਤਾ ਕਈ ਵਾਰ ਇਸ ਸੁਚੇਤਤਾ ਤੋਂ ਹੈਰਾਨ ਵੀ ਹੁੰਦਾ ਸੀ। ਗੁਆਂਢੀ ਮਰੀਜ਼ ਦੇ ਜਾਣ ਤੋਂ ਬਾਅਦ ਜਦੋਂ ਨੇੜੇ ਵੀ ਕੋਈ ਨਾ ਹੁੰਦਾ, ਖੁਸ਼ ਉਸਨੂੰ ਮਾਮਾ ਨਾ ਕਹਿੰਦੀ। ਭਾਵ ਦੁੱਧ ਤੋਂ ਜਲਣ ਤੋਂ ਡਰਦੇ ਉਹ ਲੱਸੀ ਨੂੰ ਵੀ ਫੂਕਾਂ ਮਾਰ ਰਹੇ ਸਨ। ਹੋਰਾਂ ਮਰੀਜ਼ਾਂ ਵਾਂਗ ਖੁਸ਼ ਆਉਂਦੇ ਜਾਂਦੇ ਹੱਥ ਮਿਲਾਉਂਦੀ। ਜਦੋਂ ਕੰਪਨੀ 'ਚੋਂ ਕੋਈ ਚੁਗਲਖੋਰ ਜਿਹਾ ਬੰਦਾ ਸੱਤੇ ਦੇ ਮੁਲਾਕਾਤੀਆਂ ਵਿੱਚ ਸ਼ਾਮਲ ਹੁੰਦਾ ਤਾਂ ਖੁਸ਼ ਨੂੰ ਸੱਤੇ ਦੇ ਬਹੁਤ ਨੇੜੇ ਢੁੱਕ ਕੇ ਬੈਠਣਾ ਪੈਂਦਾ। ਪਰ ਰਹਿਤ ਮਲੂਕ ਸਰੀਰ ਜਿਵੇਂ ਕਹਿੰਦੇ ਨੇ ਤੇ ਉਹਨਾਂ ਦੀ ਮਜਬੂਰੀ, ਉਹਨਾਂ ਇਹ ਵੀ ਮਨਜ਼ੂਰ ਕੀਤਾ। ਜ਼ਖਮ ਭਰਨ ਤੱਕ ਹਸਪਤਾਲ ਰਹਿਣਾ ਜ਼ਰੂਰੀ ਸੀ। ਭਾਵੇਂ ਖਰਚ ਕੰਪਨੀ ਦਾ ਤੇ ਸੇਵਾ ਸੰਭਾਲ ਹਸਪਤਾਲ ਵਾਲਿਆਂ ਦੀ ਸੀ, ਪਰ ਫਿਰ ਵੀ ਸੱਤੇ ਨੂੰ ਲੱਗਦਾ ਜਿਵੇਂ ਖੁਸ਼ ਥੱਕ ਗਈ ਹੋਵੇ। ਕਦੇ ਕਦਾਈਂ ਖੁਸ਼ ਦੀਆਂ ਅੱਖਾਂ 'ਚ ਤੈਰ ਗਏ ਉਦਾਸੀ ਦੇ ਡੋਰੇ ਉਸਨੂੰ ਬੇਚੈਨ ਕਰ ਦਿੰਦੇ। ਬੀਬੋ ਤੇ ਪ੍ਰਾਹੁਣਾ ਵੀ 1-2 ਵਾਰ ਵੀਕਐਂਡ 'ਤੇ ਆਏ, ਪਰ ਉਟਾਵਾ ਬਹੁਤ ਦੂਰ ਸੀ। ਖੁਸ਼ ਨੂੰ ਇਕੱਲਿਆਂ ਹੀ ਝੱਲਣਾ ਪੈ ਰਿਹਾ ਸੀ ਸਭ ਕੁਝ। ਲੱਗਦਾ ਮੈਂ ਤਾਂ ਹੱਥ ਧੋ ਕੇ ਪਿੱਛੇ ਪੈ ਗਿਆ ਤੇਰੇ, ਹੈ ਨਾ? ਉਦਾਸ ਹੋਇਆ ਸੱਤਾ ਪੁੱਛਦਾ ਤੇ ਹੱਸ ਕੇ ਆਖਦਾ, ਤੇਰੀ ਸੇਵਾ ਮੈਨੂੰ ਤਾਂ ਤਕੜਾ ਕਰੀ ਜਾਂਦੀ ਆ, ਪਰ ਤੈਨੂੰ ਹਰਾਈ ਜਾਂਦੀ ਆ। ਮੂੰਹ ਦੇਖ ਕਿਵੇਂ ਭੋਰਾ ਕੁ ਰਹਿ ਗਿਆ। ਨਹੀਂ ਸੱਤੇ, ਅਜਿਹੀ ਗੱਲ ਨਹੀਂ। ਫਰਕ ਸਿਰਫ ਇਹ ਆ ਬਈ ਘਰੇ ਜੀਅ ਘੱਟ ਲੱਗਦਾ। ਤੇਰੇ ਠੀਕ ਹੁੰਦੇ ਸਾਰ ਫਿਰ ਉਹੋ ਜਿਹਾ ਹੀ ਹੋ ਜੂ। ਉਹ ਸੱਤੇ ਦੀ ਗੱਲ 'ਤੇ ਚਪਤ ਜਿਹੀ ਮਾਰ ਕੇ ਕਹਿੰਦੀ ਤਾਂ ਦੋਵੇਂ ਨਿਆਣਿਆਂ ਵਾਂਗ ਖਿੜਖੜਾ ਕੇ ਹੱਸ ਪੈਂਦੇ। ਹੱਸੇ ਤਾਂ ਉਹ ਛੁੱਟੀ ਮਿਲਣ ਤੋਂ 2 ਦਿਨ ਪਹਿਲਾਂ ਵੀ ਬਹੁਤ ਸੀ। ਸ਼ਾਮੀ ਜਦੋਂ ਖੁਸ਼ ਆਈ ਤਾਂ ਸੱਤਾ ਬੈੱਡ 'ਤੇ ਢੋਲ ਆਈ ਅੱਧਾ ਸੁੱਤਾ ਜਿਹਾ ਪਿਆ ਸੀ। ਖੁਸ਼ ਨਾਲ ਉਸਦੀ ਕੁਲੀਗ ਗੀਤਾ ਵੀ ਸੀ। ਖੁਸ਼ ਡਿਊਟੀ ਨਰਸ ਕੋਲ ਜ਼ਰਾ ਰੁਕ ਗਈ ਸੀ ਤੇ ਗੀਤਾ ਪਹਿਲਾਂ ਬੈੱਡ ਕੋਲ ਆ ਖੜੀ ਸੀ। ਸੱਤਾ ਅੱਧ ਸੁੱਤਾ ਅੱਖਾਂ ਮੀਟੀ ਪਿਆ ਰਿਹਾ ਸੀ। ਜਦੋਂ ਖੁਸ਼ ਬੈੱਡ ਕੋਲ ਆਈ ਤਾਂ ਕਿਸੇ ਦੇ ਬੋਲਣ ਤੋਂ ਪਹਿਲਾਂ ਹੀ ਸੱਤੇ ਨੇ ਅੱਖਾਂ ਖੋਲ੍ਹ ਲਈਆਂ ਸਨ। ਤੇਰੇ ਮੀਏ ਨੂੰ ਤਾਂ ਲੱਗਦਾ ਤੇਰੀ ਖੁਸ਼ਬੂ ਆਉਂਦੀ ਆ, ਕਿਵੇਂ ਪਟਕ ਅੱਖਾਂ ਖੋਲ੍ਹ ਲਈਆਂ, ਗੀਤਾ ਮਜ਼ਾਕ ਕਰਦੀ ਬੋਲੀ ਸੀ। ਉਹ ਦੋਵੇਂ ਹੱਸ ਪਈਆਂ ਸਨ, ਪਰ ਉਹਨਾਂ ਦੇ ਹਾਸੇ 'ਚ ਸ਼ਾਮਲ ਹੋਣ ਤੋਂ ਪਹਿਲਾਂ ਸੱਤਾ ਇੱਕ ਪਲ ਧਰਬਕਿਆ ਸੀ। ਗੀਤਾ ਦੀ ਗੱਲ ਕਿਤੇ ਸੱਚ ਸੀ ਜ਼ਰੂਰ। ਤੇ ਰੋਟੀ ਖਾਂਦਿਆਂ ਫਿਰ ਹਾਸਾ ਮੱਚਿਆ ਸੀ। ਰੋਟੀ ਖਾਂਦਾ ਸੱਤਾ ਸੁਭਾਵਕ ਬੋਲਿਆ ਸੀ, ਚਿਕਨ ਰੈਸਟੋਰੈਂਟ ਤੋਂ ਲਿਆਂਦਾ? ਨਾ, ਘਰ ਬਣਾਇਆ। ਕਿਉਂ, ਕੀ ਗੱਲ? ਖੁਸ਼ ਹੈਰਾਨ ਹੁੰਦਿਆਂ ਬੋਲੀ, ਗੱਲ ਤਾਂ ਕੋਈ ਨਹੀਂ, ਪਰ ਅੱਜ ਤੂੰ ਨਹੀਂ ਬਣਾਇਆ, ਸ਼ਰਤ ਲਾ ਲਾ। ਖੁਸ਼ ਤੇ ਗੀਤਾ ਹੈਰਾਨ ਸਨ। ਰੋਟੀ ਸਾਚੀ ਗੀਤਾ ਲੈ ਕੇ ਆਈ ਸੀ। ਇਸ ਵਾਰ ਉਹ ਤਿੰਨੋਂ ਇਕੱਠੇ ਮੁਸਕਰਾਏ ਸਨ। ਤਿੰਨਾਂ ਦੀਆਂ ਅੱਖਾਂ ਮਿਲੀਆਂ ਤਾਂ ਤਿੰਨੋਂ ਹੱਸ ਪਏ ਸਨ। ਸਮੱਸਿਆ ਕੁਝ ਗੁੰਝਲਦਾਰ ਹੀ ਸੀ। ਹਸਪਤਾਲ ਦੇ 28 ਦਿਨਾਂ ਨੇ ਖੁਸ਼ਵਿੰਦਰ ਦੀ ਜ਼ੁਬਾਨ ਤੋਂ ਮਾਮਾ ਜੀ ਸ਼ਬਦ ਹੀ ਹੂੰਝ ਦਿੱਤਾ ਸੀ। ਸਤਵਿੰਦਰ ਲਈ ਸੱਤਾ ਸ਼ਬਦ ਕਈ ਵਾਰ ਉਹ ਬੜੇ ਹੀ ਸੁਭਾਵਕ ਢੰਗ ਨਾਲ ਬੋਲ ਜਾਂਦੀ। ਸਤਵਿੰਦਰ ਵੀ ਸਹਿਜ ਹੀ ਇਸਦਾ ਆਦੀ ਹੋ ਗਿਆ ਸੀ ਤੇ ਹੁਣ ਜਦ ਵੀ ਖੁਸ਼ ਮਾਮਾ ਜੀ ਦੀ ਥਾਂ ਸੱਤਾ ਕਹਿੰਦੀ, ਬੀਬੋ ਹੱਸ ਪੈਂਦੀ। ਚਲੋ ਖੈਰ, ਡੋਂਟ ਮਾਈਂਡ, ਪ੍ਰਾਹੁਣੇ ਨੇ ਮੁਸਕਰਾਉਂਦਿਆਂ ਕਿਹਾ ਸੀ। ਮਾੜੀਆਂ ਆਦਤਾਂ ਬਹੁਤ ਛੇਤੀ ਪੱਕ ਜਾਂਦੀਆਂ ਨੇ, ਪਰ ਹਟਦੀਆਂ ਹੌਲੀ-ਹੌਲੀ ਨੇ। ਉਹ ਅਸਲੀ ਗੱਲ ਵੱਲ ਆਉਣਾ ਚਾਹੁੰਦਾ ਸੀ। ਉਹਨਾਂ ਫਿਰ ਵਾਪਸ ਜਾਣਾ ਸੀ। ਉਹ ਸਤਵਿੰਦਰ ਦੀ ਇਮੀਗ੍ਰੇਸ਼ਨ ਦੀ ਖਬਰ ਲੈ ਕੇ ਆਏ ਸਨ। ਹੁਣ ਖੁਸ਼ ਤੇ ਸਤਵਿੰਦਰ ਡਾਈਵੋਰਸ ਲਈ ਅਪਲਾਈ ਕਰ ਸਕਦੇ ਸਨ। ਉਹਨਾਂ ਆਪਣਾ ਇਮਤਿਹਾਨ ਪੂਰੇ ਨੰਬਰ ਲੈ ਕੇ ਪਾਸ ਕਰ ਲਿਆ ਸੀ, ਪਰ ਇੱਕ ਅੜਚਨ ਸੀ। ਸੱਤੇ ਦੀ ਲੱਤ ਦਾ ਪਲਸਤਰ ਅਜੇ 14 ਦਿਨ ਤੱਕ ਲੱਥਣਾ ਸੀ ਅਤੇ 2 ਮਹੀਨੇ ਤੱਕ ਉਸਨੇ ਕੰਮ ਦੇ ਯੋਗ ਹੋਣਾ ਸੀ। ਤਲਾਕ ਲਈ ਅਪਲਾਈ ਕਰਨ ਦਾ ਅਰਥ ਸੀ ਉਹ ਹੁਣ ਤੋਂ ਹੀ ਵੱਖ ਰਹਿਣਾ ਸ਼ੁਰੂ ਕਰ ਦੇਣ। ਹੇਰਾ ਫੇਰੀਆਂ ਵਧਣ ਕਰਕੇ ਬੋਗਸ ਤਲਾਕਾਂ ਦੇ ਮਾਮਲੇ ਵਿੱਚ ਵੀ ਸੂਈਆ ਪੁਲਿਸ ਤੇਜ਼ ਸੀ। ਚਲੋ 2 ਮਹੀਨੇ ਬਾਅਦ ਹੀ ਅਪਲਾਈ ਕਰ ਰਹੇ ਹੋ। ਮੈਂ ਜਾਂਦਾ ਹੋਇਆ ਲੇਖ ਰਾਜ ਨੂੰ ਸਾਰੀ ਗੱਲ ਸਮਝਾ ਦਿਆਂਗਾ, ਪ੍ਰਾਹੁਣੇ ਨੇ ਉੱਠਦਿਆਂ ਕਿਹਾ ਸੀ। ਲੇਖ ਰਾਜ ਪ੍ਰਾਹੁਣੇ ਦਾ ਇੰਡੀਆ ਦਾ ਸਕੂਲਮੇਟ ਸੀ ਤੇ ਹੁਣ ਐਡਮੰਟਨ ਵਿੱਚ ਇੱਕ ਕਾਮਯਾਬ ਵਕੀਲ
ਤਲਾਕ ਦੀ ਪੈਰਵੀ ਉਸਨੇ ਹੀ ਕਰਨੀ ਸੀ ਤੇ 2 ਮਹੀਨੇ ਬੀਤ ਵੀ ਗਏ। ਇਹ ਅਹਿਸਾਸ ਸੱਤੇ ਨੂੰ ਸਵੇਰੇ ਡਿਊਟੀ ਵਕਤ ਆਏ ਲੇਖ ਰਾਜ ਦੇ ਫੋਨ ਤੋਂ ਹੀ ਹੋਇਆ ਸੀ। ਪ੍ਰਾਹੁਣੇ ਨੇ ਇਮੀਗ੍ਰੇਸ਼ਨ ਦੇ ਕਾਗਜ਼ ਵੀ ਲੇਖ ਰਾਜ ਨੂੰ ਭੇਜ ਦਿੱਤੇ ਸਨ। ਰਾਜਧਾਨੀ ਵਿੱਚ ਰਹਿਣ ਕਰਕੇ ਉਹ ਹੀ ਅੰਬੈਸੀ ਨਾਲ ਡੀਲ ਕਰਦਾ ਸੀ। ਕਿਵੇਂ ਦਿਨ, ਮਹੀਨੇ ਤੇ ਸਾਲ ਬਣ ਕੇ ਗੁਜ਼ਰ ਗਏ ਸਨ। ਸਿਟੀ ਸੈਂਟਰ ਦੀ ਮਾਰਕੀਟ ਪਾਰਕਿੰਗ ਵਿੱਚ ਗੱਡੀ ਬੈਕ ਕਰਦਿਆਂ ਸੱਤਾ ਸੋਚ ਰਿਹਾ ਸੀ। 3 ਸਾਲ ਪਹਿਲਾਂ ਮੱਝਾਂ ਦਾ ਗੋਹਾ ਮੋੜਦਾ ਸੱਤਾ ਹੁਣ ਕੈਨੇਡਾ ਦਾ ਇਮੀਗ੍ਰੈਂਟ ਸੀ ਤੇ ਉਧਰ 3 ਸਾਲ ਪਹਿਲਾਂ ਜ਼ਮੀਨ ਤਰ ਕੇ ਸੁਸਾਇਟੀ ਦੀ ਕਿਸ਼ਤ ਮੋੜਦਾ ਉਸਦਾ ਬਾਪ ਬੋਲੀ ਚੜਾ ਜ਼ਮੀਨ ਖਰੀਦ ਰਿਹਾ ਸੀ ਤੇ ਮਾਂ ਜਿਹੜੀ ਸਾਰੀ ਉਮਰ ਰੋਟੀ ਟੁੱਕ ਲਈ ਵੱਖਰੀ ਥਾਂ ਲਈ ਕਲਪਦੀ ਰਹੀ ਸੀ, ਹੁਣ ਮਨ ਮਰਜ਼ੀ ਦਾ ਘਰ ਬਣਾਉਣ ਦੀਆਂ ਵਿਉਂਤਾਂ 'ਚ ਰੁੱਝੀ ਰਹਿੰਦੀ। ਪਰ ਬਾਬਾ ਸੱਤੇ ਦਾ ਪਹਿਲਾਂ ਹੀ ਬੇਚੈਨ ਮਨ ਹੋਰ ਉਦਾਸ ਹੋ ਗਿਆ ਸੀ। ਬਾਬਾ ਬਾਹਰਲੇ ਹਾਲਾਤ ਨਾਲ ਤਾਂ ਸਮਝੌਤਾ ਕਰ ਗਿਆ ਸੀ, ਪਰ ਆਪਣੇ ਅੰਦਰ ਨਾਲ ਉਸ ਤੋਂ ਸਮਝੌਤਾ ਨਹੀਂ ਹੋ ਸਕਿਆ ਸੀ ਤੇ ਨਮੋਸ਼ੀ ਉਸ ਨੂੰ 6 ਮਹੀਨੇ ਵਿੱਚ ਹੀ ਖਾ ਗਈ ਸੀ। ਅੰਦਰਲੀ ਕੋਠੜੀ ਵਿੱਚ ਤਾਲੇ ਲੱਗੀਆਂ ਅੱਖਾਂ ਨਾਲ ਬਾਬਾ ਤੁਰ ਗਿਆ ਸੀ। ਬਸ ਉਸ ਦੀ ਖੜਕਦੀ ਡਾਂਗ ਤੇ ਗਰਜਦਾ ਬੋਲ ਹੀ ਘਰ ਦੇ ਕਿਸੇ ਖੂੰਜੇ ਚੁੱਪਚਾਪ ਹਾਜ਼ਰ ਸਨ। ਹਲੋ ਮਿਸਟਰ ਸਤਵਿੰਦਰ, ਵੈਲਕਮ। ਲੇਖ ਰਾਜ ਦਾ ਅਸਿਸਟੈਂਟ ਸੱਤੇ ਨੂੰ ਦਫ਼ਤਰ ਤੋਂ ਬਾਹਰ ਹੀ ਮਿਲ ਪਿਆ। ਤੁਹਾਡੀ ਮੈਸੇਜ ਵੀ ਹੁਣੇ ਪਹੁੰਚੀ ਆ। ਹਲੋ, ਹਾਊ ਆਰ ਯੂ? ਸਤਵਿੰਦਰ ਨੇ ਆਮ ਜਿਹਾ ਜਵਾਲ ਸਵਾਲ ਕੀਤਾ ਤੇ ਬਿਨਾਂ ਉੱਤਰ ਉਡੀਕੇ ਦਫ਼ਤਰ ਵਿੱਚ ਚਲਾ ਗਿਆ। ਨਮਸਕਾਰ ਅੰਕਲ। ਰਿਵੋਲਵਿੰਗ ਚੇਅਰ 'ਤੇ ਬੈਠੇ ਲੇਖ ਰਾਜ ਵੱਲ ਹੱਥ ਜੋੜਦਿਆਂ ਸੱਤੇ ਨੇ ਕਿਹਾ। ਲੇਖ ਰਾਜ ਹਮੇਸ਼ਾ ਨਮਸਕਾਰ ਹੀ ਕਬੂਲ ਕਰਦਾ। ਹਲੋ, ਖੁਸ਼ਵਿੰਦਰ ਨੇ ਵੀ ਆਪਣੀ ਹੋਂਦ ਜਤਾਈ। ਹਲੋ, ਕਦੋਂ ਆਈ? ਬੈਠਣ ਲੱਗੇ ਸਤਵਿੰਦਰ ਨੇ ਖੁਸ਼ ਵੱਲ ਵੇਖਿਆ ਤਾਂ ਅਚਾਨਕ ਖੁਸ਼ ਦੇ ਹੱਥ ਵਿੱਚ ਘੁੰਮਦਾ ਪੇਪਰਵੇਟ ਫਰਸ਼ 'ਤੇ ਜਾ ਪਿਆ। ਉਹ ਸਰ ਪਕਾ ਗਈ ਸੀ। ਉਸ ਨੂੰ ਫਿਰ ਆਪਣੇ ਵੱਲ ਵੇਖਦਿਆਂ ਵੇਖ ਕੇ ਸੱਤੇ ਨੂੰ ਲੱਗਿਆ ਜਿਵੇਂ ਅਜੇ ਇਮਤਿਹਾਨ ਖਤਮ ਨਹੀਂ ਸੀ ਹੋਇਆ। ਜਿੰਨੀ ਦੇਰ ਲੇਖ ਰਾਜ ਕਾਗਜ਼ ਪੱਤਰ ਦੇਖਦਾ ਰਿਹਾ ਉਹ ਨੀਵੀਂ ਪਾਈ ਕੌਫੀ ਪੀਂਦੇ ਰਹੇ। ਪਲੀਜ਼ ਸਾਈਨ ਹੇਅਰ। ਲੇਖ ਰਾਜ ਦੀ ਆਵਾਜ਼ 'ਤੇ ਸੱਤੇ ਨੇ ਨੀਵੀਂ ਚੁੱਕੀ। ਸਰਸਰੀ ਜੀ ਨਿਗਾਹ ਕਾਗਜ਼ 'ਤੇ ਮਾਰੀ, ਪਰ ਉਸ ਨੂੰ ਜਾਪਿਆ ਜਿਵੇਂ ਉਸਦੇ ਹੱਥ 'ਚ ਪੈਨ ਨਹੀਂ ਹੈ, ਬਸ ਹੱਥ 'ਤੇ ਤੈਰ ਆਇਆ ਪਸੀਨਾ ਹੈ। ਬਿਨਾਂ ਸਾਈਨ ਕੀਤੇ ਕਾਗਜ਼ ਉਸ ਖੁਸ਼ ਵੱਲ ਵਧਾ ਦਿੱਤਾ। ਨਹੀਂ, ਪਹਿਲਾਂ ਤੁਸੀਂ ਕਰ ਦਿਓ। ਜਦੋਂ ਖੁਸ਼ ਨੇ ਕਾਗਜ਼ ਵਾਪਸ ਸੱਤੇ ਵੱਲ ਸਰਕਾਏ ਤਾਂ ਸਤਵਿੰਦਰ ਨੂੰ ਉਸ ਦੀਆਂ ਡੁਬਾਈਆਂ ਅੱਖਾਂ ਵੇਖਦਿਆਂ ਜਾਪਿਆ ਜਿਵੇਂ ਉਸਨੇ ਸੁਣਿਆ ਹੋਵੇ, ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਪੇਪਰ ਫੜੀ ਉਸਦਾ ਖੱਬਾ ਤੇ ਪੈਨ ਫੜੀ ਉਸਦਾ ਸੱਜਾ ਹੱਥ ਕੰਬਿਆ ਤੇ ਸੱਤਾ ਤ੍ਰਭਕਿਆ। ਹਾਂ, ਉਹ ਕਿਵੇਂ ਲੇਖ ਰਾਜ ਵੱਲ ਸੰਬੋਧਿਤ ਹੁੰਦਿਆਂ ਬੋਲਿਆ, ਨਹੀਂ ਅੰਕਲ, ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ। ਤੇ ਟੁਕੜੇ ਹੋਇਆ ਡਾਇਵੋਰਸ ਫਾਰਮ ਲੇਖ ਰਾਜ ਦੇ ਸਾਰੇ ਦਫ਼ਤਰ ਵਿੱਚ ਖਿੰਡ ਗਿਆ। ਸਮਾਪਤ। ਧੰਨਵਾਦ।